ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਮੈਂ ਤੇ ਵਿਸ਼ਵ ਪ੍ਰਸਿੱਧ ਡਾਕਟਰ ਅਮਰ ਸਿੰਘ ਆਜ਼ਾਦ ਹੋਈ ਇੱਕ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋਏ ਹਾਂ। ਅੱਜ ਦੇ ਜਿਹੜੇ ਵਿਸ਼ੇ ਦੇ ਉੱਤੇ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ, ਉਹ ਵਿਸ਼ਾ ਇੱਕ ਅਜਿਹਾ ਹੈ ਜਿਹੜਾ ਇਲਾਜ ਦੇ ਨਾਲ ਨਾਲ ਸਾਨੂੰ ਬਹੁਤ ਕੁਝ ਸਿਖਾ ਕੇ ਜਾਂਦਾ। ਨਾ ਸਿਰਫ ਡਾਕਟਰ, ਨਾ ਸਿਰਫ ਮਾਂ, ਨਾ ਸਿਰਫ ਪਰਿਵਾਰਕ ਮੈਂਬਰ, ਨਾ ਸਿਰਫ ਦੋਸਤ, ਨਾ ਸਿਰਫ ਸਮਾਜ, ਬਹੁਤ ਸਾਰੇ ਲੋਕਾਂ ਦੇ ਵਿੱਚ ਇਸ ਵਿਸ਼ੇ ਦੇ ਪ੍ਰਤੀ ਜਾਣਨ ਦੀ ਜਿਹੜੀ ਹੈਗੀ ਆ ਉਹ ਬਹੁਤ ਵੱਡੀ ਜ਼ਰੂਰਤ ਹੈ। ਇਸ ਵੇਲੇ ਜੇਕਰ ਆਪਾਂ ਇਸ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝ ਲਵਾਂਗੇ ਤੇ ਸਮਾਜ ਦੇ ਵਿੱਚ ਹਰ ਤਰ੍ਹਾਂ ਦੀ ਭੈੜ, ਹਰ ਤਰ੍ਹਾਂ ਦੀ ਦੁਸ਼ਮਣੀ, ਦਵੇਸ਼ ਜਿਹੜਾ ਉਹ ਖਤਮ ਹੋਵੇਗਾ ਤੇ ਸਮਾਜ ਇੱਕ ਨਰੋਏ ਸਮਾਜ ਵੱਲ ਜਿਹੜਾ ਉਹ ਅੱਗੇ ਵਧੇਗਾ। ਸਭ ਤੋਂ ਵੱਡੀ ਗੱਲ ਜਿਹੜੀ ਇਸ ਚੀਜ਼ ਦੇ ਉੱਤੇ ਜਿਹੜਾ ਚਰਚਾ ਹੁੰਦੀ ਹੈ ਤੇ ਜਿਸ ਦੇ ਵਿੱਚ ਲੋੜ ਸਮਝੀ ਜਾਂਦੀ ਹੈ, ਉਹ ਕਿਹਾ ਜਾਂਦਾ ਕਿ ਇਹ ਇੱਕ ਡਾਕਟਰ ਜਿਹੜਾ ਉਸ ਨੂੰ ਇਸ ਥੈਰੇਪੀ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਜੇਕਰ ਉਹ ਡਾਕਟਰ ਇਸ ਤਰੀਕੇ ਦੇ ਨਾਲ ਇਲਾਜ ਕਰਦਾ ਹੈ ਤਾਂ ਮਰੀਜ਼ ਦਵਾਈ ਤੋਂ ਬਿਨਾਂ ਵੀ ਠੀਕ ਹੋ ਸਕਦਾ ਹੈ। ਤੇ ਦਵਾਈ ਤੋਂ ਬਿਨਾਂ ਠੀਕ ਕਰਨ ਵਾਲੀ ਪੱਧਤੀ ਦੇ ਉੱਤੇ ਵਿਸ਼ਵਾਸ ਰੱਖਣ ਵਾਲੇ ਡਾਕਟਰ ਅਮਰ ਸਿੰਘ ਆਜ਼ਾਦ ਹੋਣੀ ਸਾਡੇ ਨਾਲ ਨੇ ਤੇ ਇਸੇ ਕਰਕੇ ਇਸ ਵਿਸ਼ੇ ਤੇ ਵਿਚਾਰ ਚਰਚਾ ਕਰਨ ਲਈ ਅਸੀਂ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਨੂੰ ਚੁਣਿਆ, ਕਿਉਂਕਿ ਇਸ ਤੋਂ ਵਧੀਆ ਜਿਹੜਾ ਉਹ ਕੋਈ ਵਿਸ਼ਲੇਸ਼ਣ ਇਸ ਚੀਜ਼ ਦਾ ਜਿਹੜਾ ਉਹ ਸ਼ਾਇਦ ਹੀ ਕਰ ਸਕੇ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ ਸਾਰੇ ਸਤਿ। ਡਾਕਟਰ ਸਾਹਿਬ, ਮੈਂ ਜਿਸ ਵਿਸ਼ੇ ਦੀ ਗੱਲ ਕਰਨ ਜਾ ਰਿਹਾ ਉਹ ਹੈਗਾ ਟੱਚ ਥੈਰੇਪੀ। ਉਹ ਹੈਗਾ ਮਰਮ ਚਿਕਿਤਸਾ ਹੀ ਆਪਾਂ ਇਸ ਨੂੰ ਕਹਿ ਸਕਦੇ ਹੈਗੇ ਹਾਂ ਕਿ ਹੱਥ ਲਗਾਇਆ ਤੇ ਉਹਦੇ ਨਾਲ ਟੱਚ। ਕਿਉਂਕਿ ਜਦੋਂ ਇੱਕ ਮਰੀਜ਼ ਬਿਮਾਰ ਹੁੰਦਾ ਤਾਂ ਸਭ ਤੋਂ ਪਹਿਲਾਂ ਉਹ ਹਮਦਰਦੀ ਭਾਲਦਾ ਕਿਉਂਕਿ ਉਹਦਾ ਅੰਦਰ ਦਾ ਜਿਹੜਾ ਸਿਸਟਮ ਹੁੰਦਾ ਉਹ ਇਸ ਤਰ੍ਹਾਂ ਦੇ ਹਾਰਮੋਨਸ ਹੁੰਦੇ ਨੇ ਉਹਦੇ ਅੰਦਰ, ਇਸ ਤਰ੍ਹਾਂ ਦੀ ਉਹ ਗੱਲ ਦੇ ਉੱਤੇ ਰੋਣ ਲੱਗ ਪੈਂਦਾ ਹੈ। ਉਹਦਾ ਬਲੱਡ ਪ੍ਰੈਸ਼ਰ ਚਾਹੇ ਉਹਨੂੰ ਆਪਾਂ ਕਹਿ ਸਕਦੇ ਵੀ ਡਾਊਨ ਹੋਵੇ, ਚਾਹੇ ਉਹ ਉਸ ਵੇਲੇ ਉਹਦੇ ਅੰਦਰ ਸਟ੍ਰੈਸ ਹਾਰਮੋਨਸ ਇਸ ਤਰ੍ਹਾਂ ਦੇ ਪੈਦਾ ਹੋਏ ਹੁੰਦੇ ਨੇ, ਜਾਂ ਫਿਰ ਉਹ ਇਸ ਤਰ੍ਹਾਂ ਦੀ ਅਵਸਥਾ ਦੇ ਵਿੱਚ ਹੁੰਦਾ ਕਿ ਉਹ ਹਮਦਰਦੀ ਜਿਹੜਾ ਉਹ ਲੱਭ ਰਿਹਾ ਹੁੰਦਾ, ਚਾਹੇ ਉਹਦੇ ਪਰਿਵਾਰ ਦੀ ਹੋਵੇ, ਚਾਹੇ ਉਹਦੇ ਦੋਸਤਾਂ ਦੀ ਹੋਵੇ, ਸਮਾਜ ਦੀ ਹੋਵੇ। ਤੇ ਸਭ ਤੋਂ ਵੱਡੀ ਹਮਦਰਦੀ ਉਹ ਭਾਲਦਾ ਹੁੰਦਾ ਉਹ ਡਾਕਟਰ ਦੀ, ਕਿਉਂਕਿ ਉਹ ਡਾਕਟਰ ਦੇ ਨਾਲ ਉਹ ਚਾਹੁੰਦਾ ਕਿ ਮੇਰਾ ਇਲਾਜ ਡਾਕਟਰ ਪਿਆਰ ਦੇ ਨਾਲ ਕਰਦਾ ਤੇ ਉਹ ਅੱਧਾ ਠੀਕ ਤਾਂ ਜਿਹੜਾ ਵੈਸੇ ਹੀ ਹੋ ਜਾਂਦਾ। ਕਿਉਂਕਿ ਕਿਹਾ ਜਾਂਦਾ ਕਿ ਜੇ ਡਾਕਟਰ ਪਿਆਰ ਦੇ ਨਾਲ ਗੱਲ ਵੀ ਕਰ ਲੇ ਤਾਂ ਜਿਹੜੀ ਅੱਧਾ ਰੋਗ ਜਿਹੜਾ ਮਰੀਜ਼ ਦਾ ਵੈਸੇ ਹੀ ਜਿਹੜਾ ਉਹ ਠੀਕ ਹੋ ਜਾਂਦਾ। ਉਹਨੂੰ ਵਿਸ਼ਵਾਸ ਹੋ ਜਾਂਦਾ ਕਿ ਮੈਂ ਇਸ ਡਾਕਟਰ ਕੋਲੋਂ ਜ਼ਰੂਰ ਠੀਕ ਹੋ ਜਾਵਾਂਗਾ। ਤੇ ਜਦੋਂ ਵਿਸ਼ਵਾਸ ਹੋ ਜਾਂਦਾ ਤਾਂ ਇੱਕ ਜਿਹੜਾ ਪਿਚੂਟਰੀ ਗਲੈਂਡ ਤੇ ਹਾਈਪੋਥੈਲੇਮਸ ਗਲੈਂਡਸ ਨੇ ਉਹ ਉਸ ਤਰ੍ਹਾਂ ਦੇ ਹਾਰਮੋਨਸ ਪੈਦਾ ਕਰਦੇ ਨੇ ਕਿ ਉਹ ਇਨਸਾਨ ਨੂੰ ਠੀਕ ਹੋਣ ਦੇ ਵਿੱਚ ਸਹਾਈ ਹੁੰਦੇ ਨੇ। ਕੀ ਮੈਂ ਠੀਕ ਕਰ ਰਿਹਾ? ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਕਿ ਜਿਹੜਾ ਮਨੁੱਖ ਹੈ ਉਹ ਸੋਸ਼ਲ ਬੀਇੰਗ ਹੈ। ਅਸੀਂ ਕਹਿੰਦੇ ਵੀ ਸੋਸ਼ਲ ਬੀਇੰਗ ਹੈ। ਵੈਸੇ ਤਾਂ ਜਾਨਵਰਾਂ 'ਚ ਵੀ ਆ ਗਈ ਸੋਸ਼ਲ, ਕਿਉਂਕਿ ਤੁਸੀਂ ਦੇਖੋਗੇ ਜਾਨਵਰ ਹਰਡ 'ਚ ਮੂਵ ਕਰਦੇ ਆ, ਗਰੁੱਪ 'ਚ ਮੂਵ ਕਰਦੇ ਆ, ਝੁੰਡ ਬਣਾ ਕੇ ਰਹਿੰਦੇ ਆ, ਪੰਛੀ ਝੁੰਡ ਬਣਾ ਕੇ ਰਹਿੰਦੇ ਆ, ਬਹੁਤ ਸਾਰੇ ਜੰਗਲੀ ਜਾਨਵਰ ਝੁੰਡ ਬਣਾ ਕੇ ਰਹਿੰਦੇ ਆ। ਕਿਉਂਕਿ ਝੁੰਡ ਦੇ ਅੰਦਰ ਉਹ ਸੇਫ ਫੀਲ ਕਰਦੇ ਆ, ਸਿਕਿਉਰ ਫੀਲ ਕਰਦੇ ਆ, ਰਿਲੈਕਸਡ ਫੀਲ ਕਰਦੇ ਆ, ਆਪਸ 'ਚ ਉਹ ਕਮਿਊਨੀਕੇਸ਼ਨ ਕਰਦੇ ਆ ਅੱਡ ਤਰ੍ਹਾਂ ਦੀ, ਇਨਕਲੂਡਿੰਗ ਰਿਪਰੋਡਕਸ਼ਨ ਜਿਹੜੀ ਪ੍ਰੋਕ੍ਰੀਏਸ਼ਨ ਲਈ ਕਿ ਬੱਚਾ ਜੰਮਣਾ, ਉਹਦੀ ਜਿਹੜੀ ਮੇਲ ਫੀਮੇਲ ਦੀ ਹੁੰਦੀ ਹੈ ਸਾਰੀ ਉਹ ਹਰਡ ਨਾਲ ਜੁੜੀ ਹੋਈ ਹੈ। ਤਾਂ ਇਹ ਸਾਰੇ ਜਿਹੜੇ ਰਿਸ਼ਤੇ ਨੇ ਕਿਤੇ ਨਾ ਕਿਤੇ ਜਦੋਂ ਐਨੀਮਲ 'ਚ ਵੰਡਣੇ ਸ਼ੁਰੂ ਹੋਏ ਤਾਂ ਮਨੁੱਖ ਜਾ ਕੇ ਬਹੁਤ ਹਾਈਲੀ ਵਿਕਸਿਤ ਸ਼ਕਲ 'ਚ ਆ ਗਏ ਅਤੇ ਸਮਾਜ ਬਹੁਤ ਲੰਬਾ ਸਮਾਂ ਜਿਹੜਾ ਹੈ ਉਹ ਬਹੁਤ ਹੀ ਕਲੋਜ਼ ਨਿਟ ਗਰੁੱਪ ਹਰਡ ਦਾ ਇੱਕ ਹਿੱਸਾ ਰਿਹਾ। ਕਿਉਂਕਿ ਕਬੀਲੇ ਜਿਹੜੇ ਸੀਗੇ ਬਹੁਤ ਕਲੋਜ਼ਲੀ ਨਿਟ ਫੈਮਿਲੀ ਸੀਗੀਆਂ ਉਹ। ਉਸ ਤੋਂ ਬਾਅਦ ਕਬੀਲਿਆਂ ਤੋਂ ਬਾਅਦ ਫਿਰ ਪਿੰਡ ਆਏ ਅਤੇ ਪਿੰਡ ਦੇ ਨਾਲ ਜਿਹੜਾ ਸਾਰਾ ਪਿੰਡ ਦੀ ਸੈਂਸ ਆ ਗਈ। ਅਤੇ ਪਿੰਡ ਦਾ ਤਾਂ ਅਜੇ ਵੀ ਬਹੁਤ ਮੈਮਰੀ ਤਾਜ਼ਾ ਹੈ, ਕਿਉਂਕਿ ਮੈਂ ਬਚਪਨ 'ਚ ਸਾਰਾ ਪਿੰਡ ਦੇਖਿਆ ਹੋਇਆ, ਪਿੰਡਾਂ 'ਚ ਪਲੇ ਹਾਂ ਕਿ ਕਿਸ ਢੰਗ ਦੇ ਨਾਲ ਪਿੰਡ ਦੇ ਵਿੱਚ ਆਪਸੀ ਇੱਕ ਨੇੜਤਾ, ਇੱਕ ਭਾਈਚਾਰਾ, ਇੱਕ ਦੋਸਤੀਆਂ ਨੈਚੁਰਲੀ ਹੁੰਦੀਆਂ ਸੀ। ਉਹਨੂੰ ਬਣਾਉਣਾ ਨਹੀਂ ਸੀ ਪੈਂਦਾ। ਹੁਣ ਜਿਹੜਾ ਆ ਗਿਆ ਮਸਲਾ ਸ਼ਹਿਰੀਕਰਨ ਦਾ, ਸ਼ਹਿਰੀਕਰਨ ਜਦੋਂ ਹੋ ਗਿਆ ਅਤੇ ਸ਼ਹਿਰੀਕਰਨ ਦਾ ਇੱਕ ਮਾਨਸਿਕਤਾ ਆ ਗਈ ਖਾਸ ਕਿਸਮ ਦੀ ਕਿ ਹਰ ਬੰਦਾ ਆਪੋ ਆਪਣੇ ਕੰਮ 'ਚ ਬਿਜ਼ੀ ਹੈ ਅਤੇ ਹਰ ਬੰਦਾ ਇੱਕ ਦੂਜੇ ਨਾਲ ਕੰਪੀਟ ਕਰ ਰਿਹਾ। ਤਾਂ ਉਹਦੇ 'ਚ ਜਿਹੜਾ ਇਹ ਸੀਗਾ ਪੁਰਾਣਾ ਜਿਹੜਾ ਰਵਾਇਤੀ ਆਪਸ ਰਿਸ਼ਤਾ ਸੀਗਾ, ਜਿਹਨੂੰ ਤੁਸੀਂ ਟੱਚ ਵੀ ਨਾਲ ਜੋੜ ਰਹੇ ਹੋ, ਉਹਦਾ ਟੱਚ ਪਾਰਟ ਹੈ ਉਹਦਾ। ਕਿਉਂਕਿ ਤੁਸੀਂ ਕਮਿਊਨੀਕੇਸ਼ਨ ਜਿਹੜੀ ਕਰਦੇ ਹੋ ਉਹ ਕਿੱਦਾਂ ਕਰਦੇ ਹੋ? ਬਹੁਤ ਵਾਰੀ ਅੱਖਾਂ ਕਮਿਊਨੀਕੇਟ ਕਰਦੀਆਂ ਨੇ ਕਿ ਤੁਸੀਂ ਜੇ ਤੁਹਾਡੇ ਕੋਲ ਕੋਈ ਬੰਦਾ ਉਹ ਇਹੋ ਜਿਹਾ ਬੰਦਾ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਤਾਂ ਤੁਸੀਂ ਉਹਦੇ ਵੱਲ ਜਦੋਂ ਦੇਖੋਗੇ ਤਾਂ ਤੁਹਾਡੀਆਂ ਅੱਖਾਂ ਡਿਫਰੈਂਟ ਬੋਲਣਗੀਆਂ। ਜੇ ਓਪਰਾ ਬੰਦਾ ਹੋਏਗਾ, ਬਿਲਕੁਲ ਸਟ੍ਰੇਂਜਰ ਹੋਏਗਾ ਤਾਂ ਬਿਲਕੁਲ ਡਿਫਰੈਂਟ ਬੋਲਣਗੀਆਂ। ਜੇ ਕੋਈ ਬੰਦਾ ਹੋਸਟਾਈਲ ਹੋਏਗਾ, ਤੁਹਾਡਾ ਕੋਈ ਜਿਹੜਾ ਜਿਹਨੂੰ ਤੁਸੀਂ ਪਸੰਦ ਨਹੀਂ ਕਰਦੇ, ਤਾਂ ਅੱਖਾਂ ਬਿਲਕੁਲ ਡਿਫਰੈਂਟ ਹੋ ਜਾਣਗੀਆਂ। ਤਾਂ ਇਸੇ ਤਰ੍ਹਾਂ ਜਿਹੜਾ ਤੁਹਾਡੀ ਬੋਲ ਬਾਣੀ ਹੈ, ਜੇ ਤੁਸੀਂ ਕਮਿਊਨੀਕੇਟ ਕਰਦੇ ਹੋ ਬੋਲੀ ਰਾਹੀਂ, ਭਾਸ਼ਾ ਰਾਹੀਂ, ਤਾਂ ਭਾਸ਼ਾ ਵੀ ਤੁਹਾਡੀ ਦੋਸਤ ਨਾਲ
ਜਾਂ ਮਿੱਤਰ ਪਿਆਰੇ ਨਾਲ ਹੋਰ ਤਰ੍ਹਾਂ ਦੀ ਹੋਏਗੀ, ਓਪਰੇ ਨਾਲ ਹੋਰ ਤਰ੍ਹਾਂ ਦੀ ਹੋਏਗੀ, ਤੇ ਦੁਸ਼ਮਣ ਨਾਲ ਬਿਲਕੁਲ ਹੀ ਡਿਫਰੈਂਟ ਟਾਈਪ, ਤੁਹਾਡਾ ਸਟਾਈਲ ਹੀ ਬਦਲ ਜਾਏਗਾ ਗੱਲ ਕਰਨ ਦਾ। ਬੋਡੀ ਲੈਂਗੁਏਜ ਵੀ ਇੱਕ ਵੱਖਰੀ ਲੈਂਗੁਏਜ, ਕੋਈ ਬਾਡੀ ਲੈਂਗੁਏਜ ਕਹਿੰਦੇ ਇਹਨੂੰ ਵੀ, ਬਾਡੀ ਦੇ ਹਰ, ਜਦੋਂ ਕਮਿਊਨੀਕੇਟ ਕਰਦੇ ਆ ਤਾਂ ਬਾਡੀ ਦਾ ਹਰ ਪਾਰਟ ਕਮਿਊਨੀਕੇਟ ਕਰਦਾ ਹੈ। ਅੱਖਾਂ ਵੀ ਕਰਦੀਆਂ ਨੇ, ਲੈਂਗੁਏਜ ਵੀ ਕਰਦੀ ਹੈ, ਸਾਰਾ ਕੁਝ ਕਰਦਾ। ਤੁਸੀਂ ਜੋ ਟੱਚ ਕਰਦੇ ਹੋ, ਤੁਸੀਂ ਦੇਖੋ ਜਦੋਂ ਆਪਾਂ ਟੱਚ ਕਰਦੇ ਹਾਂ, ਜੇ ਪਿਆਰ ਨਾਲ ਤੱਫਾ ਮਾਰਦੀ ਹੈ ਕਿਸੇ ਦੇ ਪਿੱਛੇ ਤਾਂ ਬੰਦਾ ਖੁਸ਼ ਹੁੰਦਾ ਵੀ ਮੈਨੂੰ ਕਿਸੇ ਨੇ ਤੱਫਾ ਮਾਰ ਕੇ ਗੱਲ ਕੀਤੀ। ਮਿੱਤਰ ਹੈ, ਮਿੱਤਰ ਨੂੰ ਆਪਾਂ ਆਮ ਹੀ ਬੈਠ ਤੇ ਤੱਫਾ ਮਾਰ ਕੇ ਗੱਲ ਕਰਦੇ ਹਾਂ, ਅਤੇ ਜੇ ਤੁਸੀਂ ਕਿਸੇ ਇਹੋ ਜਿਹੇ ਬੰਦੇ ਨੂੰ ਕਿਤੇ ਤੱਫਾ ਮਾਰ ਬੈਠੋ ਜਿਹਦੀ ਤੁਹਾਡੇ ਨਾਲ ਨਹੀਂ ਬਣਦੀ ਤਾਂ ਉਹ ਡਿਫਰੈਂਟ ਗੱਲ ਹੋ ਜਾਏਗੀ। ਤਾਂ ਗੱਲ ਤਾਂ ਉਹੀ ਹੈ, ਫਿਜ਼ੀਕਲ ਕੰਟੈਕਟ ਤਾਂ ਉਹੀ ਹੋਇਆ, ਲੇਕਿਨ ਉਹਦੇ 'ਚ ਜਿਹੜੀ ਤਰੀਕਾ ਸਿਰਫ ਉਹਨੂੰ ਟੱਚ ਕਰਨ ਦਾ, ਉੱਥੋਂ ਹੀ ਕਨਵੇ ਹੋ ਜਾਏਗਾ ਕਿ ਇਹ ਦੋਸਤਾਨਾ ਟੱਚ ਹੈ ਕਿ ਇਹ ਦੁਸ਼ਮਣੀ ਵਾਲਾ ਟੱਚ ਹੈ। ਤਾਂ ਇਹ ਸਾਰਾ ਬਹੁਤ ਗਹਿਰਾ ਹਿਊਮਨ ਕਮਿਊਨੀਕੇਸ਼ਨ ਦੇ ਜਿਹੜੇ ਸਿਸਟਮ ਹੈ, ਇਹ ਬਹੁਤ ਗਹਿਰਾ ਡਿਵੈਲਪ ਹੋ ਗਿਆ ਹਿਊਮਨ ਬੀਇੰਗ 'ਚ ਜਾ ਕੇ, ਜਿਹੜਾ ਕਿ ਡੰਗਰਾਂ 'ਚ ਸੀਗਾ, ਜਾਨਵਰਾਂ 'ਚ ਸੀਗਾ, ਪੰਛੀਆਂ 'ਚ ਵੀ ਸੀਗਾ, ਲੇਕਿਨ ਉਹ ਅੱਗੇ ਇੱਕ ਖਾਸ ਕਿਸਮ ਦੀ ਸ਼ਕਲ ਲੈ ਗਿਆ ਮਨੁੱਖ 'ਚ ਆ ਕੇ। ਅਤੇ ਉਹਦਾ ਜਿਹੜਾ ਤੁਸੀਂ ਜਿਹੜੀ ਟੱਚ ਵਾਲੀ ਗੱਲ ਕੀਤੀ, ਟੱਚ ਉਹਦਾ ਇੱਕ ਪਾਰਟ ਹੈ ਕਿ ਟੱਚ ਤੁਸੀਂ ਦੇਖੋ ਕਿੱਦਾਂ ਕਰਦੇ ਆਪਾਂ, ਜਦੋਂ ਬੱਚੇ ਨੂੰ ਸੈਲ ਲਾਉਂਦੇ ਹਾਂ, ਮਾਂ ਬੱਚੇ ਨੂੰ ਮੋਢੇ ਲਾ ਕੇ ਪਿੱਛੋਂ ਥੱਪੜ ਦਿੰਦੀ ਹੈ, ਸਿਰ ਥਪਥਪਾ ਦਿੰਦੀ ਹੈ, ਤਾਂ ਬੱਚਾ ਸੋ ਜਾਂਦਾ, ਚੁੱਪ ਕਰ ਜਾਂਦਾ। ਇਸੇ ਤਰ੍ਹਾਂ ਜਿਹਨੂੰ ਅਸੀਂ ਪਿਆਰ ਕਰਦੇ ਹਾਂ ਉਹਨੂੰ ਅਸੀਂ ਉਹਦੇ ਸਿਰ ਪਲੋਸਦੇ ਹਾਂ, ਸਿਰ 'ਤੇ ਆਸ਼ੀਰਵਾਦ ਦਿੰਦੇ ਹਾਂ, ਉਹਦਾ ਹੱਥ ਘੁੱਟ ਕੇ ਦੱਬ ਕੇ ਰੱਖਦੇ ਹਾਂ, ਉਹਨੂੰ ਅੰਬਰੇਸ ਜੱਫੀ ਪਾਉਂਦੇ ਹਾਂ, ਉਹਨੂੰ ਕਿਸ ਕਰਦੇ ਹਾਂ। ਕਿਸ ਕਰਨ ਦਾ ਵੀ ਸਾਡਾ ਫਿਰ ਅਲੱਗ-ਅਲੱਗ ਹੋਏਗਾ। ਤੁਸੀਂ ਆਪਣੇ ਬੱਚੇ ਨੂੰ ਕਿਸ ਕਰੋਗੇ, ਉਹ ਡਿਫਰੈਂਟ ਕਿਸ ਹੋਏਗੀ। ਜੇ ਤੁਸੀਂ ਆਪਣੀ ਵਾਈਫ ਨੂੰ ਜਾਂ ਪਾਰਟਨਰ ਨੂੰ ਕਿਸ ਕਰੋਗੇ, ਡਿਫਰੈਂਟ ਟਾਈਪ ਦੀ ਕਿਸ ਹੋਏਗੀ। ਤਾਂ ਉਹ ਇੱਕ ਮਤਲਬ ਕਿ ਬਹੁਤ ਹੀ ਡੀਪ ਇਮੋਸ਼ਨਲ ਕਮਿਊਨੀਕੇਸ਼ਨ ਥਰੂ ਟੱਚ ਹੁੰਦੀ ਹੈ। ਤਾਂ ਇਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਹੀਲਿੰਗ 'ਚ ਬਹੁਤ ਬੜਾ ਰੋਲ ਹੈ ਇਹਦਾ। ਕਿ ਜਦੋਂ ਬੰਦੇ ਨੂੰ ਇਹ ਇੱਕ ਵਿਸ਼ਵਾਸ ਹੋ ਜਾਵੇ ਕਿ ਮੈਨੂੰ ਹੀਲਿੰਗ ਕਰਨ 'ਚ ਹੈਲਪ ਕੀਤੀ ਜਾ ਰਹੀ ਹੈ ਅਤੇ ਮੈਂ ਹੀਲ ਹੋ ਜਾਣਾ, ਤਾਂ ਫਿਰ ਹੋ ਜਾਂਦਾ। ਮਾਈਂਡ ਇੱਕ ਬਹੁਤ ਹੀ ਪਾਵਰਫੁਲ ਟੂਲ ਹੈ ਹੀਲ ਕਰਨ ਲਈ। ਹੀਲਿੰਗ ਦੇ ਅੰਦਰ ਮਾਈਂਡ ਦਾ ਬਹੁਤ ਬੜਾ ਰੋਲ ਹੈ, ਔਰ ਮਾਈਂਡ ਨੂੰ ਅੱਗੇ ਕਮਿਊਨੀਕੇਟ ਕਰਨ ਲਈ, ਮਾਈਂਡ ਟੂ ਮਾਈਂਡ ਕਮਿਊਨੀਕੇਸ਼ਨ ਲਈ ਫਿਰ ਸਾਰੇ ਮੈਥਡ ਨੇ। ਤੁਹਾਡੀ ਭਾਸ਼ਾ ਕੈਸੀ ਹੈ, ਤੁਹਾਡੀਆਂ ਅੱਖਾਂ ਦੀ ਜਿਹੜੀ ਹੈ ਲੁੱਕ ਕੈਸੀ ਹੈ, ਦੇਖਣ ਦਾ ਤਰੀਕਾ ਕਿਹੜਾ ਹੈ, ਤੁਹਾਡਾ ਟੱਚ ਕਿੱਦਾਂ ਦਾ ਹੈ, ਤੁਹਾਡਾ ਜਿਹੜਾ ਹੈ ਡੀਲਿੰਗ ਨੇ ਜਿਹੜੀਆਂ ਉਹ ਕਿੱਦਾਂ ਦੀਆਂ ਨੇ। ਤਾਂ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਬਹੁਤ ਗਹਿਰਾ ਇਫੈਕਟ ਪਾਉਂਦਾ। ਔਰ ਇਹ ਵੈਲ ਨੋਨ ਹੈ ਕਿ ਰਿੱਕੀ ਹੈ ਫਾਰ ਐਗਜ਼ਾਮਪਲ, ਰਿੱਕੀ ਨਾਲ ਲੋਕ ਹੀਲ ਕਰਦੇ ਹੈ, ਉਹ ਬਹੁਤ ਹੀ ਐਡਵਾਂਸ ਕਰ ਲਿਆ ਉਹਨਾਂ ਨੇ ਰਿੱਕੀ ਵਾਲਾ ਟੱਚ ਜਿਹੜਾ। ਤਾਂ ਰਿੱਕੀ ਦੇ ਵਿੱਚ ਉਹ ਆਪਣੇ ਮਾਈਂਡ ਦੀ ਕੌਨਸਨਟ੍ਰੇਸ਼ਨ ਪੂਰੀ ਕਰਕੇ ਆਪਣੀ ਸਾਰੀ ਊਰਜਾ ਟਰਾਂਸਮਿਟ ਕਰ ਦਿੰਦਾ ਹੀਲਰ ਜਿਹੜਾ, ਉਹ ਜਿਹਨੇ ਹੀਲ ਹੋਣਾ। ਐਕੂਪ੍ਰੈਸ਼ਰ ਦਾ ਚਲੋ ਉਹ ਡਬਲ ਟੱਚ ਹੋ ਗਿਆ ਨਾ, ਕਿ ਉਹਨੂੰ ਖਾਸ ਪੁਆਇੰਟਸ ਨੂੰ ਅਸੀਂ ਖਾਸ ਢੰਗ ਨਾਲ ਟੱਚ ਕਰਦੇ ਹਾਂ। ਹਾਂ, ਹੁੰਦਾ ਉਹ ਵੀ ਟੱਚ ਹੀ ਹੈ। ਤਾਂ ਉਹ ਜਿਹੜਾ ਹੀਲ ਹੋ ਜਾਂਦਾ। ਤਾਂ ਉਹ ਜਿਹੜਾ ਟੱਚ ਜਿਹੜਾ ਹੈ ਔਰ ਦੂਸਰੀ ਗੱਲ ਹੈ ਕਿ ਆਈਡੀਆਜ਼ ਦੀ ਐਕਸਚੇਂਜ ਜਿਹੜੀ ਆ, ਕਿ ਤੁਸੀਂ ਵਿਚਾਰਾਂ ਦੀ ਐਕਸਚੇਂਜ ਕਰਦੇ ਹੋ। ਤੁਸੀਂ ਜੇ ਜੀਵਨ ਬਾਰੇ ਜੀਵਨ ਜਾਂਚ ਸਿਖਾਉਂਦੇ ਹੋ, ਕਿ ਤੁਸੀਂ ਦਿਨਚਰਿਆ ਸਿਖਾਉਂਦੇ ਹੋ, ਤਾਂ ਮਹਾਤਮਾ ਬੁੱਧ ਅਕਸਰ ਕਹਿੰਦੇ ਹੁੰਦੇ ਸੀਗੇ ਕਿ ਮੈਂ ਇੱਕ ਵੈਦ ਹਾਂ, ਮੈਂ ਇੱਕ ਹੀਲਰ ਹਾਂ, ਮੈਂ ਕੋਈ ਕੁਛ ਵੀ ਐਕਸਟਰਾ ਆਰਡੀਨਰੀ ਨਹੀਂ ਹੈ ਮੇਰੇ 'ਚ, ਮੈਂ ਤਾਂ ਇੱਕ ਹੀਲਰ ਹਾਂ। ਤੁਸੀਂ ਜਿਹੜਾ ਮੇਰੇ ਕੋਲ ਆਏਗਾ ਮੈਂ ਉਹਨੂੰ ਹੀਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਅਤੇ ਗੁਰਬਾਣੀ 'ਚ ਵੀ ਕਿਸੇ ਨਾ ਕਿਤੇ ਇਸ ਕੰਟੈਕਸਟ ਦੇ ਵਿੱਚ ਇੱਦਾਂ ਦੀ ਜਿਹੜੀ ਹੈ ਮੀਨਿੰਗ ਵਾਲੀ ਤੁਕਾਂ ਹੈਗੀਆਂ ਨੇ, ਜਿਹਦੇ 'ਚ ਕਿ ਗੁਰੂ ਦਾ ਰੋਲ ਜਿਹੜਾ ਉਹ ਹੀਲਿੰਗ ਦਾ ਰੋਲ ਹੈ। ਇਹ ਗੁਰੂ ਹੀਲ ਕਰਦਾ। ਅਤੇ ਗੁਰੂ ਕਿੱਦਾਂ ਹੀਲ ਕਰਦਾ? ਗੁਰੂ ਇੱਦਾਂ ਹੀ ਹੀਲ ਕਰਦਾ ਜਦੋਂ ਤੁਸੀਂ ਉਹਦੇ ਨੇੜੇ ਜਾਂਦੇ ਹੋ, ਜਿਸ ਢੰਗ ਨਾਲ ਤੁਹਾਡੇ ਵੱਲ ਦੇਖਦਾ ਹੈ, ਜਿਸ ਢੰਗ ਨਾਲ ਤੁਹਾਨੂੰ ਟੱਚ ਕਰਦਾ ਹੈ, ਜਿਸ ਤਰ੍ਹਾਂ ਤੁਹਾਨੂੰ ਆਸ਼ੀਰਵਾਦ ਦਿੰਦਾ ਹੈ, ਜਿਸ ਤਰ੍ਹਾਂ ਨਾਲ ਤੁਹਾਡੇ ਬਾਰੇ ਤੁਹਾਡੇ ਨਾਲ ਕਮਿਊਨੀਕੇਸ਼ਨ ਕਰਦਾ ਸ਼ਬਦਾਂ ਦੀ, ਤਾਂ ਉਹ ਸਾਰਾ ਕਿਤੇ ਨਾ ਕਿਤੇ ਉਹਨੂੰ ਹੀਲ ਕਰ ਦਿੰਦਾ। ਅਤੇ ਉਹ ਹੋਰ ਹੈ ਡਾਕਟਰ ਸਾਹਿਬ, ਜਿਹੜਾ ਆਪਣਾ ਪੁਰਾਣੇ ਜ਼ਮਾਨੇ 'ਚ ਆਪਾਂ ਬਜ਼ੁਰਗਾਂ ਤੋਂ ਆਸ਼ੀਰਵਾਦ ਲਿਆ ਕਰਦੇ ਸੀ, ਆਪਾਂ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਂਦੇ ਸੀ, ਉਹ ਤੁਹਾਡੇ ਸਿਰ 'ਤੇ ਹੱਥ ਫੇਰਦੇ ਸੀ ਜਾਂ ਪਿੱਠ 'ਤੇ ਹੱਥ ਫੇਰਦੇ ਸੀ, ਉਹ ਵੀ ਇੱਕ ਟੱਚ ਥੈਰੇਪੀ ਹੈ। ਬਿਲਕੁਲ ਉਹ ਬੜੀ ਗਹਿਰੀ ਟੱਚ ਥੈਰੇਪੀ ਹੈ। ਤਾਂ ਉਹ ਆਸ਼ੀਰਵਾਦ ਜਿਹੜੀ ਹੈ, ਆਸ਼ੀਰਵਾਦ ਹੁਣ ਆਪਾਂ ਕਹਿਣ ਨੂੰ ਤਾਂ ਇੱਕ ਮਕੈਨੀਕਲ ਹੋ ਗਿਆ ਵੀ ਆਸ਼ੀਰਵਾਦ ਹੈ। ਆਸ਼ੀਰਵਾਦ ਕੋਈ ਮਕੈਨੀਕਲ ਸ਼ਬਦ ਨਹੀਂ ਹੈ ਵੀ ਲੰਮੀ ਉਮਰਾ ਹੋਵੇ, ਯੁਗ ਜੀਓ, ਜੋ ਵੀ ਉਹ ਆਪਾਂ ਆਸ਼ੀਰਵਾਦ ਦਿੰਦੇ ਹਾਂ, ਉਹਦੇ ਅੰਦਰ ਉਹ ਬਹੁਤ ਗਹਿਰੀ ਕਮਿਊਨੀਕੇਸ਼ਨ ਔਰ ਵਿਸ਼ ਹੈ। ਉਹ ਆਸ਼ੀਰਵਾਦ ਸਿੰਸੀਅਰ ਹੁੰਦਾ ਸੀ, ਦਿਲ ਤੋਂ ਹੁੰਦਾ ਸੀਗਾ। ਅਤੇ ਉਹ ਕਿਉਂਕਿ ਅਲਟੀਮੇਟਲੀ ਸਾਰੀ ਊਰਜਾ ਹੈ, ਚਾਹੇ ਉਹ ਟੱਚ ਦੀ ਊਰਜਾ, ਚਾਹੇ ਉਹ ਭਾਸ਼ਾ ਦੀ ਊਰਜਾ, ਚਾਹੇ ਅੱਖਾਂ ਰਾਹੀਂ ਨਿਕਲ ਰਹੀ ਊਰਜਾ, ਹਾਂ। ਤਾਂ ਉਹ ਜਿਹੜੀ ਊਰਜਾ ਹੈ ਕਿਸੇ ਨਾ ਕਿਸੇ ਸ਼ਕਲ 'ਚ ਜਿਹੜੀ ਹੈ ਕਮਿਊਨੀਕੇਟ ਹੁੰਦੀ ਹੈ ਦੂਸਰੇ ਬੰਦੇ ਤੱਕ। ਗੁਰੂ ਦੀ ਊਰਜਾ ਜਿਹੜੀ ਸੀਗੀ ਉਹ ਜ਼ਿਆਦਾ ਮੰਨੀ ਜਾਂਦੀ, ਕਿਉਂਕਿ ਗੁਰੂ ਦਾ ਬਾਰੇ ਨੋਨ ਹੁੰਦਾ ਕਿ ਗੁਰੂ ਦੇ ਆਲੇ ਦੁਆਲੇ ਕੌਰਾ ਹੁੰਦਾ,
ਊਰਜਾ ਦਾ, ਜਿਹੜਾ ਜੋ ਉਸ ਔਰਾ ਦੇ ਵਿੱਚ ਜਿਹੜਾ ਵੀ ਬੰਦਾ ਆ ਜਾਏਗਾ ਤਾਂ ਉਹ ਅਫੈਕਟ ਹੋਏਗਾ। ਕਿਉਂਕਿ ਗੁਰੂ ਨੂੰ ਬੜਾ ਵੱਡਾ ਦਰਜਾ ਦਿੱਤਾ ਗਿਆ, ਗੁਰੂਰ ਬ੍ਰਹਮਾ ਗੁਰੂਰ ਵਿਸ਼ਨੂੰ ਗੁਰੂਰ ਦੇਵ ਮਹੇਸ਼ਵਰਾ, ਇੱਕ ਗੁਰੂ ਬ੍ਰਹਮਾ ਵਿਸ਼ਨੂੰ ਮਹੇਸ਼ ਦਾ ਦਰਜਾ ਦਿੱਤਾ। ਬਿਲਕੁਲ ਬਿਲਕੁਲ, ਕਿਉਂਕਿ ਗੁਰੂ ਜਿਹੜਾ ਹੈ ਉਹ ਮਹਾਂਪੁਰਸ਼ ਹੁੰਦਾ ਜਿਹਨੇ ਆਪਣੀ ਅਭਿਆਸ ਦੇ ਨਾਲ ਆਪਣਾ ਇੱਕ ਔਰਾ ਡਿਵੈਲਪ ਕੀਤਾ ਹੁੰਦਾ, ਔਰ ਉਹ ਇੱਕ ਉਸ ਹੀਲਿੰਗ ਦੀ ਜਿਹੜੀ ਕਲਾ ਹੈ ਉਹਦੇ ਅੰਦਰ ਉਹਨੇ ਆਪਣੇ ਉਹਨੂੰ ਨਿਪੁੰਨ ਕਰ ਲਿਆ ਹੁੰਦਾ ਕਿ ਜੋ ਵੀ ਉਹਦੇ ਕੋਲ ਆਏਗਾ ਤਾਂ ਉਹ ਕੁਛ ਨਾ ਕੁਛ ਲੈ ਕੇ ਜਾਏਗਾ। ਅਤੇ ਲੈਣ 'ਚ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਮਾਈਂਡ ਦੀ ਅਤੇ ਬਾਡੀ ਦੀ ਹੀਲਿੰਗ। ਅਲਟੀਮੇਟਲੀ ਮਾਈਂਡ ਬਾਡੀ ਨੇ ਜ਼ਿੰਦਗੀ ਜਿਉਣੀ ਹੁੰਦੀ ਹੈ, ਤਾਂ ਮਾइंड बॉडी अगर डिस्टॉर्ट हो गई है तो डिजीज़ है, माइंड बॉडी अगर ठीक ठाक से चल रही है, हील्ड है, एट पीस है, एट जिन्होंने कहते हैं वो सहज च है, वो सेहतमंद अवस्था च है, तो कोई बीमारी नहीं है। तो माइंड बीमारियां पैदा भी करता है तो माइंड बीमारियां ठीक भी कर सकता है। तो माइंड की जी कम्यूनीकेशन है वो जी है वो अंदर जी सारा कुछ जो आप गल कर रहे हैं टच की है ਜਾਂ आई टू आई कम्यूनीकेशन है ਜਾਂ बॉडी लैंगुएज है ਤੁਹਾਡੀ ਜਾਂ ਤੁਹਾਡਾ ਬੋਲਣ ਦਾ ਤਰੀਕਾ ਹੈ, ਇਹ ਸਾਰੇ ਤਰੀਕੇ ਜਿਹੜੇ ਨੇ ਇਹਨਾਂ ਦਾ ਹੀਲਿੰਗ ਦੇ ਵਿੱਚ ਬਹੁਤ ਬੜਾ ਰੋਲ ਹੈ। ਇਸੇ ਕਰਕੇ ਫਾਰ ਐਗਜ਼ਾਮਪਲ ਸਾਈਕੈਟ੍ਰਿਕ ਡਿਸਆਰਡਰ ਨੇ, ਮਾਨਸਿਕ ਰੋਗ ਨੇ ਜਿਹੜੇ ਮਾਨਸਿਕ ਰੋਗ ਦੇ ਅਸੀਂ ਕਹਿੰਦੇ ਸਭ ਤੋਂ ਵੱਡਾ ਮਾਨਸਿਕ ਜਿਹੜਾ ਹੀਲਰ ਹੈ ਉਹ ਦੋਸਤ ਹੈ ਜਾਂ ਫੈਮਿਲੀ ਦਾ ਪਰਿਵਾਰ ਦਾ ਮੈਂਬਰ ਹੈ, ਕੋਈ ਜਿਹੜਾ ਉਹਨੂੰ ਪਿਆਰ ਕਰਦਾ, ਤਾਂ ਉਹ ਕਿਤੇ ਨਾ ਕਿਤੇ ਜਿਹੜਾ ਹੈ ਉਹਦਾ ਰੋਲ ਜਿਹੜਾ ਉਹ ਇਸੇ ਕਰਕੇ ਹੀ ਹੈ ਕਿ ਉਹ ਕਮਿਊਨੀਕੇਸ਼ਨ ਹੈ, ਉਹ ਕਮਿਊਨੀਕੇਟ ਕਰ ਰਿਹਾ, ਉਹ ਬੋਲ ਕੇ ਕਮਿਊਨੀਕੇਟ ਕਰ ਰਿਹਾ ਹੈ, ਉਹ ਤੁਹਾਨੂੰ ਟੱਚ ਨਾਲ ਵੀ ਕਮਿਊਨੀਕੇਟ ਕਰ ਰਿਹਾ ਹੈ, ਉਹ ਤੁਹਾਨੂੰ ਅਲੱਗ-ਅਲੱਗ ਤਰੀਕੇ ਨਾਲ ਜਿਹੜਾ ਹੈ ਉਹ ਕਮਿਊਨੀਕੇਸ਼ਨ ਹੁੰਦੀ ਹੈ। ਸੋ ਕਮਿਊਨੀਕੇਸ਼ਨ ਦਾ ਕਿਉਂਕਿ ਜਿਹੜਾ ਮਨੁੱਖ ਹੈ ਇੱਕ ਸੋਸ਼ਲ ਬੀਇੰਗ ਹੈ, ਜਦੋਂ ਵੀ ਉਹ ਮਾਨਸਿਕ ਤੌਰ 'ਤੇ ਡਿਸਟਰਬ ਹੁੰਦਾ ਜਾਂ ਫਿਜ਼ੀਕਲੀ ਬਿਮਾਰ ਹੁੰਦਾ ਤਾਂ ਜੇ ਉਹਨੂੰ ਇਹ ਵਿਸ਼ਵਾਸ ਹੋ ਜਾਵੇ ਵੀ ਮੈਂ ਤਾਂ ਇੱਕ ਇਹੋ ਜਿਹੇ ਮਾਹੌਲ 'ਚ ਹਾਂ ਜਿਹੜਾ ਮੈਨੂੰ ਸੁਰੱਖਿਆ ਪ੍ਰੋਵਾਈਡ ਕਰ ਰਿਹਾ, ਜਿਹੜਾ ਮੈਨੂੰ ਹੀਲ ਕਰ ਰਿਹਾ, ਤਾਂ ਹੀਲ ਹੋਣਾ ਸ਼ੁਰੂ ਹੋ ਜਾਂਦਾ, ਹੀਲਿੰਗ ਅੰਦਰੋਂ ਸ਼ੁਰੂ ਹੋ ਜਾਂਦੀ ਹੈ। ਡਾਕਟਰ ਸਾਹਿਬ ਇਹਦੇ ਵਿੱਚ ਆਪਾਂ ਕੀ ਕਹਿ ਸਕਦੇ ਹਾਂ ਵੀ ਇਹ ਜਿਸ ਤਰ੍ਹਾਂ ਮੈਂ ਸ਼ੁਰੂਆਤੀ ਤੌਰ ਦੇ ਉੱਤੇ ਇਹ ਗੱਲ ਕੀਤੀ ਹੈਗੀ ਹੈ ਕਿ ਮਤਲਬ ਟੱਚ ਥੈਰੇਪੀ ਜਿਹੜੀ ਹੈ ਇੱਕ ਬੜੀ ਜ਼ਬਰਦਸਤ ਜਿਹੜੀ ਹੀਲਿੰਗ ਥੈਰੇਪੀ ਹੈਗੀ ਹੈ, ਕੀ ਆਪਾਂ ਇਹਦੇ 'ਚ ਇਹ ਮੰਨ ਸਕਦੇ ਹਾਂ ਕਿ ਜਿਹੜੀ ਟੱਚ ਥੈਰੇਪੀ ਹੈ ਉਹ ਮਤਲਬ ਮਾਨਸਿਕ ਰੋਗਾਂ ਦੇ ਵਿੱਚ ਜ਼ਿਆਦਾ ਸਹਾਈ ਹੁੰਦੀ ਹੈ ਫਿਜ਼ੀਕਲ ਰੋਗਾਂ ਦੇ? ਕਹਿ ਸਕਦੇ ਆਪਾਂ ਕਿਸੇ ਹੱਦ ਤੱਕ, ਲੇਕਿਨ ਮਾਨਸਿਕ ਰੋਗ ਔਰ ਫਿਜ਼ੀਕਲ ਰੋਗ ਵੀ ਇੱਕ ਪਾਸਾ ਹੀ ਹੈ, ਕੋਈ ਸਿੱਕੇ ਦੇ ਦੋ ਪਾਸੇ ਨੇ। ਕਿਉਂਕਿ ਸਰੀਰ ਤੌਰ 'ਤੇ ਅਗਰ ਰੋਗ ਹੋਇਆ ਤਾਂ ਮਾਨਸਿਕ ਤੌਰ 'ਤੇ ਜਿਹੜੀ ਗ੍ਰੋਸ ਮੈਂਟਲੀ ਨੋਰਮਲ ਨੂੰ ਛੱਡ ਦਿਓ, ਉਹ ਤਾਂ ਡਿਫਰੈਂਟ ਚੀਜ਼ ਹੋ ਗਈ ਨਾ ਕਿ ਗ੍ਰੋਸਲੀ ਬੰਦਾ ਮੈਂਟਲੀ ਡਿਸਟਰਬ ਹੋ ਗਿਆ ਅਤੇ ਉਹ ਜ਼ਿੰਦਗੀ ਦੇ ਇਨ ਟੱਚ ਹੀ ਨਹੀਂ ਰਿਹਾ, ਉਹ ਆਪਣੀ ਦੁਨੀਆ ਚਲਾ ਗਿਆ। ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਕੇਸ ਨੇ ਜਿਹੜੇ ਕਿ ਜੇ ਇਹੋ ਜਿਹੀ ਅਵਸਥਾ 'ਚ ਨਹੀਂ ਹੈਗੇ, ਜਿਹੜੇ ਕਿ ਜਿਹਨੂੰ ਕਹਿੰਦੇ ਮਾਈਂਡ ਤੋਂ ਹੀ ਬਾਹਰ ਚਲੇ ਗਏ, ਜਿਨ੍ਹਾਂ ਦਾ ਕੋਈ ਜ਼ਿੰਦਗੀ ਦੇ ਸੱਚ ਨਾਲ ਹੀ ਟੁੱਟ ਗਏ, ਉਹਨਾਂ ਨੂੰ ਛੱਡ ਕੇ ਬਾਕੀ ਤਕਰੀਬਨ ਮਾਈਂਡ ਔਰ ਬਾਡੀ ਇਕੱਠੇ ਹੀ ਕੰਮ ਕਰਦੇ ਆ। ਅਗਰ ਮਾਈਂਡ ਥੋੜ੍ਹਾ ਜਿਹਾ ਡਿਸਟਰਬ ਹੋਏਗਾ ਤਾਂ ਸਰੀਰ ਵੀ ਨਾਲ ਡਿਸਟਰਬ ਹੋਏਗਾ। ਸਟ੍ਰੈਸ ਰਿਲੇਟਡ ਡਿਜ਼ੀਜ਼ ਨੋਨ ਹੈ ਕਿ ਸਟ੍ਰੈਸ ਜਿਹੜਾ ਹੈ, ਸਟ੍ਰੈਸ ਕੌਣ ਕ੍ਰੀਏਟ ਕਰਦਾ? ਮਾਈਂਡ ਕ੍ਰੀਏਟ ਕਰਦਾ। ਅੱਜ ਦੇ ਯੁੱਗ ਦੇ ਅੰਦਰ ਸਟ੍ਰੈਸ ਦਾ ਬਹੁਤ ਵੱਡਾ ਹਿੱਸਾ ਮਾਈਂਡ ਦਾ ਕ੍ਰੀਏਟ ਕੀਤਾ ਹੋਇਆ। ਉਹ ਅਸਲ ਨਹੀਂ ਹੁੰਦਾ, ਉਹਨੂੰ ਕਹਿੰਦੇ ਪਰਸੀਵਡ ਰਿਐਲਿਟੀ, ਕਿ ਤੁਹਾਡੀ ਅਗਰ ਪਰਸੀਵਡ ਰਿਐਲਿਟੀ ਯਾਨੀ ਕਿ ਜਿੱਦਾਂ ਤੁਸੀਂ ਸਮਝ ਰਹੇ ਹੋ, ਜਿੱਦਾਂ ਤੁਸੀਂ ਮਹਿਸੂਸ ਕਰ ਰਹੇ ਹੋ, ਜੇ ਪਰਸੀਵਡ ਰਿਐਲਿਟੀ ਤੁਹਾਡੀ ਹੈਗੀ ਬਹੁਤ ਅੱਛੀ ਨਹੀਂ ਹੈ ਤੇ ਤੁਸੀਂ ਇਨਸਿਕਿਉਰ ਫੀਲ ਕਰ ਰਹੇ ਹੋ ਤਾਂ ਤੁਸੀਂ ਬਿਮਾਰ ਹੋ ਜਾਓਗੇ। ਜੇ ਤੁਹਾਡੀ ਪਰਸੀਵਡ ਰਿਐਲਿਟੀ ਇਹ ਹੋਵੇ ਕਿ ਮੈਂ ਤਾਂ ਬਿਲਕੁਲ ਸਿਕਿਉਰ ਹਾਂ, ਮੈਂ ਤਾਂ ਕਿਸੇ ਨੂੰ ਪਰਵਾਹ ਨਹੀਂ, ਦੇਖੋ ਮੇਰਾ ਭਾਈ ਬੈਠਾ ਹੈ, ਮੇਰੀ ਮਾਂ ਬੈਠੀ ਹੈ, ਮੇਰੀ ਪਤਨੀ ਬੈਠੀ ਹੈ, ਮੇਰੇ ਬੱਚੇ ਬੈਠੇ ਹੈ, ਮੇਰਾ ਡਾਕਟਰ ਬੈਠਾ ਹੈ, ਮੈਨੂੰ ਕੀ ਫਿਕਰ ਹੈ, ਇਹ ਮੈਨੂੰ ਕੁਝ ਨਹੀਂ ਹੋਣ ਦੇਣਗੇ। ਉਹ ਵਾਕਿਆ ਕੁਝ ਨਹੀਂ ਹੁੰਦਾ। ਇੱਕ ਸਿਕਿਉਰ ਫੀਲਿੰਗ ਹੋਣੀ ਕਿ ਇੰਨੇ ਮੇਰੇ ਆਲੇ ਦੁਆਲੇ ਇੰਨੇ ਪਿਆਰੇ ਬੈਠੇ ਆ ਮੈਨੂੰ ਪਿਆਰ ਕਰਨ ਵਾਲੇ, ਵੀ ਮੈਨੂੰ ਕੁਝ ਨਹੀਂ ਹੋਊਗਾ, ਤਾਂ ਉਹ ਵਾਕਿਆ ਕੁਝ ਨਹੀਂ ਹੋਊਗਾ। ਅਤੇ ਜੇ ਉਹਨੂੰ ਇਹ ਹੋ ਜਾਵੇ ਵੀ ਮੈਂ ਤਾਂ ਇਕੱਲਾ ਰਹਿ ਗਿਆ, ਮੇਰੇ ਤਾਂ ਸਾਰੇ ਕੋਈ ਵੀ ਨਹੀਂ ਮੇਰੇ ਨੇੜੇ, ਮੇਰੀ ਮਾਂ ਵੀ ਮੇਰੇ ਨੇੜੇ ਨਹੀਂ ਹੈ, ਉਹ ਵੀ ਮੈਨੂੰ ਬਹੁਤਾ ਪਿਆਰ ਨਹੀਂ ਕਰਦੀ, ਮੇਰਾ ਭਰਾ ਵੀ ਮੈਂ ਹੋਰ ਤਰ੍ਹਾਂ ਗੱਲ ਕਰਦਾ ਹੈ, ਕਿਸੇ ਤੋਂ ਵੀ ਸਿਕਿਉਰ ਨਾ ਫੀਲ ਕਰੇ, ਡਾਕਟਰ ਬਾਰੇ ਵੀ ਨਾ ਕਰੇ, ਤਾਂ ਉਹ ਬਿਮਾਰ ਹੋ ਹੀ ਗਿਆ ਹੋਏਗਾ। ਉਹਦੇ ਅੰਦਰ ਸਟ੍ਰੈਸ ਕ੍ਰੀਏਟ ਹੋ ਜਾਏਗਾ, ਇਨਸਿਕਿਉਰਿਟੀ ਕ੍ਰੀਏਟ ਹੋ ਜਾਏਗੀ। ਤਾਂ ਬਹੁਤ ਗਹਿਰਾ ਆਪਰੇਟ ਕਰਦਾ ਸਾਰਾ ਕੁਛ। ਔਰ ਇਹਦੇ ਬਾਰੇ ਜਿਹੜਾ ਹੈ ਅਫਸੋਸ ਇਹ ਹੈ ਕਿ ਅੱਜ ਦਾ ਯੁੱਗ ਜਿਹੜਾ ਕਿ ਦਵਾਈਆਂ 'ਤੇ ਆਧਾਰਿਤ ਹੈ ਸਾਰਾ, ਉਹ ਇਹਨਾਂ ਚੀਜ਼ਾਂ ਬਾਰੇ ਬਹੁਤ ਘੱਟ ਬਾਦਰ ਕਰਦਾ। ਜਿਹੜੇ ਸਾਡੇ ਪੁਰਾਣੇ ਸਿਸਟਮ ਸੀਗੇ, ਆਯੁਰਵੇਦ ਸੀਗਾ, ਯੋਗਾ ਬਹੁਤ ਹੀ ਸੂਖਸ਼ਮ ਹੈ ਇਸ ਮਾਮਲੇ 'ਚ, ਬਹੁਤ ਹੀ ਗਹਿਰਾ ਜਾ ਕੇ ਉਹ ਗੱਲ ਨੂੰ ਸਮਝਦਾ ਔਰ ਗੱਲ ਨੂੰ ਕਨਵੇ ਕਰਦਾ। ਅਤੇ ਯੋਗਾ ਨਾਲੋਂ ਮੈਂ ਸਮਝਦਾ ਕੋਈ ਗਹਿਰੀ ਗੱਲ ਨਹੀਂ ਹੈ। ਤਾਂ ਨੈਚੁਰੋਪੈਥੀ ਜਿਹੜੀ ਹੈ ਉਹ ਵੀ ਇੱਦਾਂ ਹੀ ਹੈ। ਹੋਮੋਪੈਥੀ ਦੇ ਅੰਦਰ ਚਾਹੇ ਉਹ ਡਰੱਗਸ ਦੀ ਹੈਲਪ ਲੈਂਦੇ ਆ, ਲੇਕਿਨ ਉਹ ਨਾਲ ਕਹਿੰਦੇ ਆ ਕਿ ਇਹ ਆਹ ਗੱਲਾਂ ਜਿਹੜੀਆਂ ਨੇ
ਉਹਦਾ ਦਾ ਥਰੂ ਇਫੈਕਟ ਕਰੇਗੀ। ਤਾਂ ਐਲੋਪੈਥੀ ਵਾਲੀ ਜਿਹੜੀ ਸਾਇੰਸ ਅਨਫੋਰਚੂਨੇਟਲੀ ਇਹਨਾਂ ਦੀ ਜਿਹੜੀ ਕਹਿੰਦੀ ਹੈ ਜੀ ਦਵਾਈ ਖਾ ਲਓ ਅਤੇ ਬਸ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਤਾਂ ਉਹ ਕਿਤੇ ਨਾ ਕਿਤੇ ਉਹਨੂੰ ਪਰ ਮਤਲਬ ਸਮਝਣਾ ਚਾਹੀਦਾ ਕਿ ਇਹ ਸਾਰਾ ਇੱਦਾਂ ਨਹੀਂ ਹੈ ਕਿ ਇਕੱਲਾ ਕੋਈ ਕੈਮੀਕਲ ਠੀਕ ਕਰ ਦੇਗਾ। ਤੁਹਾਡੇ ਜਿਹੜੇ ਅੰਦਰ ਗੁੱਡ ਕੈਮੀਕਲ ਅਤੇ ਬੈਡ ਕੈਮੀਕਲ ਬਣਨੇ ਆ ਬਿਕਾਜ਼ ਆਫ ਯੂਅਰ ਮਾਈਂਡ ਜਾਂ ਬਿਕਾਜ਼ ਆਫ ਯੂਅਰ ਇਨਸਿਕਿਉਰਿਟੀ ਜਾਂ ਸਿਕਿਉਰਿਟੀ, ਕਿ ਤੁਸੀਂ ਸੁਰੱਖਿਅਤ ਹੋ ਜਾਂ ਅਨਸੁਰੱਖਿਅਤ ਹੋ, ਤੁਸੀਂ ਲਵਡ ਹੋ ਜਾਂ ਅਨਲਵਡ ਹੋ, ਤੁਹਾਨੂੰ ਕਿੰਨੇ ਲੋਕ ਪਿਆਰ ਕਰਦੇ ਆ ਉਹਦੇ ਨਾਲ ਘਿਰੇ ਹੋਏ ਹੋ ਕਿ ਬਿਲਕੁਲ ਹੋਸਟਾਈਲ ਲੋਕਾਂ ਨਾਲ ਘਿਰੇ ਹੋਏ ਹੋ। ਇਹ ਗੱਲਾਂ ਦੇ ਉੱਪਰ ਬਹੁਤ ਜ਼ਿਆਦਾ ਡਿਪੈਂਡ ਕਰਦਾ। ਔਰ ਉਹਦੇ 'ਚ ਜਿਹੜੀ ਟੱਚਿੰਗ ਹੈ ਬਹੁਤ ਹੀ ਇੰਪੋਰਟੈਂਟ ਉਹਦਾ ਰੋਲ ਹੈ। ਟੱਚ ਜਿਹੜਾ ਹੈ ਅੱਡ ਕਿਸਮ ਦਾ ਟੱਚ ਜਿਹੜਾ ਹੈ ਉਹ ਹੁਣ ਤਾਂ ਹੀਲਿੰਗ ਕਹਿੰਦੇ ਟੱਚ ਬਹੁਤ ਜ਼ਰੂਰੀ ਹੈ। ਤੁਸੀਂ ਬੱਚੇ ਨੂੰ ਸਿਰ 'ਤੇ ਹੱਥ ਰੱਖੋ, ਜਾਣ ਲੱਗਿਆ ਉਹਨੂੰ ਆਸ਼ੀਰਵਾਦ ਦੇ ਕੇ ਭੇਜੋ, ਉਹਨੂੰ ਸਿਰ 'ਤੇ ਹੱਥ ਰੱਖ ਕੇ ਅਸ਼ੋਰ ਕਰੋ ਕਿ ਵੀ ਨਹੀਂ ਤੂੰ ਤਾਂ ਠੀਕ ਹੋ ਜਾਏਗਾ, ਬਿਲਕੁਲ ਠੀਕ ਹੋ ਜਾਏਗਾ, ਤੇਰਾ ਕੁਝ ਨਹੀਂ ਵਿਗੜਨ ਦਿੰਦੇ। ਜਾਂ ਗੱਲ ਕਰਦੇ ਹੋਏ ਉਹਦੇ ਹੱਥ 'ਚ ਹੱਥ ਫੜ ਲਓ, ਹੱਥ 'ਚ ਹੱਥ ਫੜ ਕੇ ਗੱਲ ਕਰੋ। ਜਾਂ ਉਹਦੇ ਨਾਲ ਜਦੋਂ ਫਿਜ਼ੀਕਲ ਐਗਜ਼ਾਮੀਨੇਸ਼ਨ ਕਰਦੇ ਹੋ ਤਾਂ ਇੱਦਾਂ ਸੌਫਟ ਕਰੋ ਕਿ ਉਹਨੂੰ ਇੱਦਾਂ ਦੀ ਫੀਲਿੰਗ ਨਾ ਹੋਵੇ ਕਿ ਉਹਨੂੰ ਐਂ ਲੱਗੇ ਕਿ ਮੈਨੂੰ ਜਿਹੜਾ ਮੇਰੀ ਕਮਿਊਨੀਕੇਸ਼ਨ ਬਣ ਗਈ ਡਾਕਟਰ ਨਾਲ ਜਾਂ ਇਹਨਾਂ ਨੂੰ। ਫਿਰ ਤੁਹਾਡੀ ਜਦੋਂ ਗੱਲ ਕਰਦੇ ਹੋ ਤਾਂ ਅੱਖਾਂ ਜਿਸ ਢੰਗ ਨਾਲ ਗੱਲ ਕਰਨੀ ਹੈ ਉਹ ਤਾਂ ਹੀ ਪੋਸੀਬਲ ਹੈ ਜੇ ਤੁਹਾਡੇ ਦਿਲ 'ਚ ਕੰਪੈਸ਼ਨ ਹੈ, ਤਾਂ ਨਕਲੀ ਪੋਸੀਬਲ ਨਹੀਂ ਹੈ। ਅੱਜ ਸਾਈਕੈਟਰਿਸਟਾਂ ਬਾਰੇ ਵੈਲ ਨੋਨ ਹੈ, ਅਮਰੀਕਾ ਦੇ ਸਾਈਕੈਟਰਿਸਟ ਦੇ ਅੰਦਰ ਵੈਲ ਨੋਨ ਹੈ ਕਿ ਡਾਕਟਰ ਨੂੰ ਤੁਸੀਂ $200-300 ਫੀਸ ਦਿੰਦੇ ਹੋ। ਡਾਕਟਰ ਜਿਹੜਾ ਤੁਸੀਂ ਟੇਬਲ ਦੇ ਉਸ ਪਾਸੇ ਬੈਠੇ ਹੋ, ਡਾਕਟਰ ਇਸ ਪਾਸੇ ਬੈਠਾ, ਤੁਸੀਂ ਗੱਲਾਂ ਕਰੀ ਜਾ ਰਹੇ ਹੋ, ਸੁਣਾਈ ਜਾ ਰਹੇ ਹੋ, ਸੁਣ ਰਿਹਾ ਉਹ ਤੁਹਾਡੀ ਅੱਧਾ ਘੰਟਾ ਵੀ ਗੱਲ ਸੁਣ ਸਕਦਾ, ਲੇਕਿਨ ਉਹਦੇ ਮੂੰਹ 'ਤੇ ਕੋਈ ਐਕਸਪ੍ਰੈਸ਼ਨ ਨਹੀਂ ਆਏਗਾ, ਉਹ ਤੁਹਾਡੀ ਗੱਲ ਸੁਣੀ ਜਾਏਗਾ। ਤਾਂ ਉਹ ਗੱਲ ਉਹ ਡਿਫਰੈਂਟ ਹੈ। ਜਦੋਂ ਤੁਸੀਂ ਕਮਿਊਨੀਕੇਟ ਕਰਦੇ ਹੋ ਤਾਂ ਜਿਹੜਾ ਤੁਹਾਡਾ ਹੀਲਰ ਹੈ ਉਹਦੇ ਦਿਲ 'ਚ ਕੀ ਉਹ ਪੀੜਾ ਜਾ ਰਹੀ ਹੈ, ਕੀ ਉਹਨੂੰ ਐਂ ਲੱਗ ਰਿਹਾ ਕਿ ਮੈਂ ਖੁਦ ਬਿਮਾਰ ਹਾਂ। ਮਤਲਬ ਰਿਲੇਸ਼ਨਸ਼ਿਪ ਦਾ ਲੈਵਲ ਕੀ ਹੈ ਤੁਹਾਡਾ। ਦੇਖੋ ਹੋਸਟਿਲਿਟੀ ਤੋਂ ਲੈ ਕੇ ਕਿ ਤੁਸੀਂ ਕਿਸੇ ਨੂੰ ਹਾਰਮ ਕਰਨਾ ਚਾਹੁੰਦੇ ਹੋ, ਉਹ ਸਭ ਤੋਂ ਨੈਗੇਟਿਵ ਹੋ ਗਿਆ। ਫਿਰ ਹੋ ਗਿਆ ਕਿ ਤੁਸੀਂ ਕੁਛ ਨਹੀਂ, ਨਾ ਹਾਰਮ ਕਰਨਾ, ਨਾ ਫਾਇਦਾ ਕਰਨਾ, ਕੁਛ ਨਹੀਂ, ਤੁਸੀਂ ਕੰਸਰਨਡ ਹੀ ਨਹੀਂ ਹੋ। ਉਹ ਇੱਕ ਸਟੇਜ ਆ ਗਈ ਨਿਊਟਰਲ, ਜਿਹੜੀ ਕਿ ਨੁਕਸਾਨ ਤਾਂ ਨਹੀਂ ਤੁਸੀਂ ਕਰਨਾ ਚਾਹ ਰਹੇ ਪਰ ਤੁਸੀਂ ਫਾਇਦਾ ਵੀ ਨਹੀਂ ਕਰਨਾ ਚਾਹ ਰਹੇ, ਉਹ ਤੁਸੀਂ ਅਨਕਨਸਰਨਡ ਹੋ ਵੀ ਠੀਕ ਹੈ ਤੁਹਾਡੇ ਨਾਲ ਬੰਦਾ ਗੱਲ ਕਰ ਰਿਹਾ ਮਕੈਨੀਕਲੀ। ਉਸ ਤੋਂ ਬਾਅਦ ਥੋੜ੍ਹੀ ਜਿਹੀ ਅਗਲੀ ਸਟੇਜ ਆ ਗਈ ਜਿੱਥੇ ਤੁਸੀਂ ਬੰਦੇ ਦੀ ਹੈਲਪ ਕਰਨਾ ਚਾਹੁੰਦੇ ਹੋ, ਤੁਹਾਨੂੰ ਉਹ 'ਤੇ ਤਰਸ ਆ ਰਿਹਾ, ਪਿਟੀ ਹੋ ਰਹੀ ਹੈ ਕਿ ਵੀ ਇਹ ਬੰਦਾ ਵਾਕਈ ਨੀਡੀ ਹੈ ਅਤੇ ਇਹਦੀ ਹੈਲਪ ਕਰਨੀ ਚਾਹੀਦੀ ਹੈ। ਲੇਕਿਨ ਤੁਸੀਂ ਡਿਸਟਰਬ ਨਹੀਂ ਹੋ ਰਹੇ ਅੰਦਰੋਂ, ਬਸ ਪਿਟੀ ਕਰ ਰਹੇ ਹੋ ਉੱਤੇ ਵੀ ਬੰਦਾ ਪਿਆਸਾ, ਤੁਸੀਂ ਪਾਣੀ ਪਿਆ ਦੋਗੇ, ਭੁੱਖਾ ਦਾ ਰੋਟੀ ਖਵਾ ਦੋਗੇ, ਜੇ ਉਹਨੂੰ ਠੰਡ ਲੱਗ ਰਹੀ ਤਾਂ ਕੋਈ ਕੱਪੜਾ ਦੇ ਦੋਗੇ, ਇੱਥੋਂ ਤੱਕ ਹੈ ਬਸ। ਫਿਰ ਤੁਹਾਡੇ ਦਿਲ 'ਚ ਕੋਈ ਫੀਲਿੰਗ ਨਹੀਂ ਬਹੁਤੀ। ਉਸ ਤੋਂ ਅਗਲੀ ਸਟੇਜ ਹੁੰਦੀ ਕੰਪੈਸ਼ਨ, ਕਰੁਣਾ। ਮਹਾਵੀਰ ਬਹੁਤ ਅੱਛਾ ਲਫ਼ਜ਼ ਵਰਤਦੇ ਆ ਜੀ, ਕਰੁਣਾ। ਤਰਸ ਦੇ ਵਿੱਚ ਤੁਹਾਡੇ ਅੰਦਰ ਫੀਲਿੰਗ ਨਹੀਂ ਹੁੰਦੀ, ਕਰੁਣਾ ਨਹੀਂ ਹੁੰਦੀ। ਤੁਸੀਂ ਫੀਲ ਨਹੀਂ ਕਰ ਰਹੇ ਉਸ ਬੰਦੇ ਦਾ ਦਰਦ, ਤੁਸੀਂ ਸਿਰਫ ਉਹਦੀ ਗੱਲ ਸੁਣ ਲਈ ਅਤੇ ਉਹਦੀ ਹੈਲਪ ਕਰਨਾ ਚਾਹ ਰਹੇ ਹੋ। ਬਸ ਤੁਸੀਂ ਉਹਨੂੰ ਹੈਲਪ ਕਰ ਦਿੰਦੇ ਹੋ ਤਰਸ ਕਰਕੇ ਕਿ ਇਹ ਬੰਦਾ ਭੁੱਖਾ ਹੈ, ਰੋਟੀ ਖਵਾ ਦਿਓ, ਤਿਹਾਇਆ ਹੈ, ਪਾਣੀ ਪਿਆ ਦਿਓ, ਠੰਡ ਲੱਗ ਰਹੀ ਹੈ, ਇਹਨੂੰ ਕੱਪੜਾ ਦੇ ਦਿਓ। ਲੇਕਿਨ ਤੁਹਾਡੇ ਅੰਦਰ ਕੋਈ ਉੱਦਾਂ ਦੀ ਫੀਲਿੰਗ ਨਹੀਂ ਆ ਰਹੀ। ਕਰੁਣਾ ਹੁੰਦੀ ਕਿ ਤੁਸੀਂ ਉਹਦਾ ਦਰਦ ਫੀਲ ਕਰ ਰਹੇ ਹੋ, ਮਹਿਸੂਸ ਕਰ ਰਹੇ ਹੋ। ਤੁਹਾਨੂੰ ਇਹ ਲੱਗ ਰਿਹਾ ਕਿ ਜਿਵੇਂ ਉਹ ਨਹੀਂ ਭੁੱਖਾ, ਤੁਸੀਂ ਭੁੱਖੇ ਹੋ। ਉਹਨੂੰ ਕਰੁਣਾ ਕਹਿੰਦੇ ਆ, ਕਰੁਣਾ। ਕੰਪੈਸ਼ਨ ਵਰਡ ਹੈ ਉਹਦੇ ਲਈ। ਕੰਪੈਸ਼ਨ ਜਿਹੜਾ ਹੈ ਇਹ ਬਹੁਤ ਹੀ ਮਨੁੱਖ ਦੀ ਇੱਕ ਬਹੁਤ ਬੜੀ ਗਿਫਟ ਹੈ ਜਿਹਨੂੰ ਅਸੀਂ ਗਵਾ ਲਿਆ, ਜਿਹਨੂੰ ਕਿ ਸਾਡੇ ਅੱਜ ਦੇ ਕੈਪੀਟਲਿਜ਼ਮ ਨੇ, ਅੱਜ ਦੇ ਜਿਹੜਾ ਇਹ ਪਦਾਰਥਵਾਦੀ ਯੁੱਗ ਹੈ ਜਿੱਥੇ ਕੰਜ਼ਿਊਮਰ ਬੇਸਡ ਸਾਰਾ ਕੁਛ ਹੈ, ਕੰਜ਼ਿਊਮਰਿਜ਼ਮ ਹੈ ਕਿ ਚੀਜ਼ਾਂ ਦੇ ਸਿਰ 'ਤੇ ਸਾਰਾ ਕੁਝ ਚੱਲਦਾ, ਉੱਥੇ ਅੱਜ ਕੰਪੈਸ਼ਨ ਬਹੁਤ ਘੱਟ ਰਹਿ ਗਿਆ। ਲੇਕਿਨ ਕੰਪੈਸ਼ਨ ਐਕਚੁਅਲ ਹਿਊਮਨ ਬੀਇੰਗ ਦਾ ਜਿਹੜਾ ਬਹੁਤ ਬੜਾ ਜਿਹਨੂੰ ਕਹਿੰਦੇ ਆ ਗਹਿਣਾ ਸੀਗਾ ਅਤੇ ਹੁਣ ਵੀ ਹੈ, ਜਿਹਨਾਂ 'ਚ ਹੈਗਾ। ਕੰਪੈਸ਼ਨ ਦਾ ਮਤਲਬ ਹੈ ਕਿ ਤੁਸੀਂ ਜਿਸ ਬੰਦੇ ਨਾਲ ਰਿਲੇਟਡ ਹੋ ਉਸ ਬੰਦੇ ਦੀ ਪੀੜਾ ਮਹਿਸੂਸ ਕਰ ਰਹੇ ਹੋ। ਜੇ ਉਹ ਬੰਦਾ ਨੂੰ ਬੁਖਾਰ ਹੈ ਤਾਂ ਉਹ ਜਿਹੜੀ ਪੰਜਾਬੀ 'ਚ ਹੁੰਦਾ ਸੀ, ਤੈਨੂੰ ਤਾਪ ਚੜ੍ਹੇ ਮੈਂ ਹੂਕਾਂ, ਬਈ ਉਹ ਰਿਲੇਸ਼ਨਸ਼ਿਪ ਕਿ ਬੁਖਾਰ ਤਾਂ ਦੂਜੇ ਨੂੰ ਚੜ੍ਹਿਆ ਪਰ ਹੂਕ ਤੁਹਾਡੀ ਨਿਕਲ ਰਹੀ ਹੈ। ਉਹ ਜਿਹੜਾ ਲੈਵਲ ਹੈ ਉਹਨੂੰ ਕੰਪੈਸ਼ਨ ਕਹਿੰਦੇ ਆ, ਉਹਨੂੰ ਕਰੁਣਾ ਕਹਿੰਦਾ ਮਹਾਵੀਰ। ਤਾਂ ਉਹ ਜਿਹੜੀ ਕੰਪੈਸ਼ਨ ਹੈ ਉਹ ਕਿਤੇ ਨਾ ਕਿਤੇ ਬਹੁਤ ਜ਼ਰੂਰੀ ਹੈ ਮਨੁੱਖ ਲਈ, ਕਿਉਂਕਿ ਬਹੁਤ ਹੀਲਿੰਗ ਹੁੰਦੀ ਆ ਉਹ। ਕਿਉਂਕਿ ਉਹ ਫਿਰ ਕੰਪੈਸ਼ਨ ਵਨ ਵੇ ਨਹੀਂ ਰਹਿੰਦੀ। ਕੰਪੈਸ਼ਨ ਔਰ ਲਵ ਦੋ ਇਹੋ ਜਿਹੀਆਂ ਚੀਜ਼ਾਂ ਨੇ। ਲਵ ਉਸ ਤੋਂ ਅਗਲੀ ਸਟੇਜ ਹੈ। ਕੰਪੈਸ਼ਨ 'ਚ ਤੁਸੀਂ ਆਪਣੇ ਆਪ ਦੀ ਸੈਕਰੀਫਾਈਸ ਨਹੀਂ ਕਰਦੇ, ਤੁਸੀਂ ਫੀਲ ਕਰ ਰਹੇ ਹੋ, ਲੇਕਿਨ ਜੇ ਤੁਹਾਨੂੰ ਉਹਦੇ ਪਿੱਛੇ ਮਰਨਾ ਪੈ ਜਾਏ ਤੁਸੀਂ ਨਹੀਂ ਮਰੋਗੇ,
ਲੇਕਿਨ ਲਵ ਦੇ ਵਿੱਚ ਇਹ ਵੀ ਇੱਥੋਂ ਤੱਕ ਜਾਂਦੀ ਗੱਲ। ਲਵ ਜਦੋਂ ਬੰਦਾ ਇਸ਼ਕ ਕਰਦਾ, ਲਵ ਕਰਦਾ, ਤਾਂ ਉਹ ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ, ਆਪਣਾ ਕੁਰਬਾਨੀ ਵੀ ਕਰਦਾ। ਤਾਂ ਜਿਹੜੀ ਕੰਪੈਸ਼ਨ ਔਰ ਲਵ ਇੱਕ ਸਟੇਜ ਦੇ ਦੋ ਸਟੇਜਸ ਨੇ। ਤਾਂ ਕੰਪੈਸ਼ਨ ਔਰ ਲਵ ਮਨੁੱਖ ਦਾ ਗਹਿਣਾ ਹੈ। ਔਰ ਕੰਪੈਸ਼ਨ ਔਰ ਲਵ ਇੱਦਾਂ ਇੰਨੇ ਗਹਿਰੇ ਹੁੰਦੇ ਆ ਕਿ ਇਹ ਫਿਰ ਵਨ ਵੇ ਨਹੀਂ ਰਹਿੰਦੇ। ਸਪੋਜ਼ ਮੇਰੇ ਮਨ 'ਚ ਤੁਹਾਡੇ ਲਈ ਕੰਪੈਸ਼ਨ ਹੈ ਤਾਂ ਤੁਹਾਨੂੰ ਆਟੋਮੈਟਿਕਲੀ ਕਨਵੇ ਹੋ ਜਾਏਗਾ ਵੀ ਮੇਰੇ ਪ੍ਰਤੀ ਇਹ ਕੰਪੈਸ਼ਨ ਦਾ ਪਿਆਰ ਦੀ ਫੀਲਿੰਗ ਰੱਖਦਾ, ਤੁਸੀਂ ਵੀ ਰੈਸੀਪ੍ਰੋਕੇਟ ਕਰੋਗੇ। ਉਹ ਕਹਿੰਦੇ ਜੈਸੇ ਕੋ ਤੈਸਾ ਹੁੰਦਾ ਹੈ। ਜੇ ਤੁਸੀਂ ਤੁਹਾਡੇ ਮਨ 'ਚ ਸਾਹਮਣੇ ਵਾਲੇ ਬੰਦੇ ਦੀ ਨਫ਼ਰਤ ਹੈ ਤਾਂ ਉਹ ਬੰਦੇ ਨੂੰ ਕਮਿਊਨੀਕੇਟ ਹੋ ਜਾਏਗਾ। ਤੁਸੀਂ 1000 ਕੋਸ਼ਿਸ਼ ਕਰ ਲਓ ਨਾ ਆਪਣੇ ਆਪ ਨੂੰ ਲੁਕਾਉਣ ਦੀ, ਨਹੀਂ ਲੋਕ ਕਹੋਗੇ। ਕਿਉਂਕਿ ਜੇ ਉਹ ਬੰਦਾ ਇੰਟੈਲੀਜੈਂਟ ਹੋਏਗਾ ਤਾਂ ਤੁਹਾਡੀ ਬਾਡੀ ਲੈਂਗੁਏਜ ਕੈਚ ਕਰ ਜਾਏਗਾ। ਜੇ ਡਫਰ ਹੋਇਆ ਤਾਂ ਵੱਖਰੀ ਗੱਲ ਹੈ, ਕੋਈ ਡਫਰ ਬੰਦੇ ਧੋਖਾ ਖਾ ਜਾਂਦੇ ਫਿਰ। ਲੇਕਿਨ ਜੇ ਉਹ ਬੰਦਾ ਥੋੜ੍ਹਾ ਜਿਹਾ ਵੀ ਇੰਟੈਲੀਜੈਂਟ ਹੈ ਤਾਂ ਜੇ ਤੁਹਾਡੇ ਮਨ 'ਚ ਉਹਦੇ ਲਈ ਨਫ਼ਰਤ ਹੈ, ਨਫ਼ਰਤ ਕਨਵੇ ਹੋ ਜਾਏਗੀ। ਜੇ ਤੁਸੀਂ ਬਿਲਕੁਲ ਨਿਊਟਰਲ ਹੋ, ਨਿਊਟਰਲਿਟੀ ਕਨਵੇ ਹੋ ਜਾਏਗੀ। ਜੇ ਤੁਹਾਡੇ ਮਨ 'ਚ ਕਰੁਣਾ ਕਨਵੇ ਹੋ ਜਾਏਗੀ ਅਤੇ ਲਵ ਹੈ ਤਾਂ ਲਵ ਕਨਵੇ ਹੋ ਜਾਏਗਾ। ਫਿਰ ਉਹ ਬੰਦਾ ਉਸੇ ਹੀ ਰੈਸੀਪ੍ਰੋਕੇਟ ਕਰਦਾ। ਜੇ ਤੁਹਾਡੇ ਮਨ 'ਚ ਨਫ਼ਰਤ ਹੈ, ਉਹਦੇ ਮਨ 'ਚ ਵੀ ਨਫ਼ਰਤ ਪੈਦਾ ਹੋ ਜਾਏਗੀ। ਜੇ ਤੁਸੀਂ ਨਿਊਟਰਲ ਹੋ, ਉਹ ਵੀ ਨਿਊਟਰਲ ਹੋ ਜਾਏਗਾ। ਜੇ ਤੁਹਾਡੇ ਮਨ 'ਚ ਕੰਪੈਸ਼ਨ ਹੈ, ਕਰੁਣਾ, ਤਾਂ ਉਹਦੇ ਮਨ 'ਚ ਵੀ ਕਰੁਣਾ ਤੁਹਾਡੇ ਪ੍ਰਤੀ ਪੈਦਾ ਹੋਣੀ ਸ਼ੁਰੂ ਹੋ ਜਾਏਗੀ। ਇੱਕ ਦਿਨ 'ਚ ਨਹੀਂ ਹੋਏਗੀ, 2 ਦਿਨ, 4 ਦਿਨ, 15 ਦਿਨ, ਮਹੀਨਾ ਜਦੋਂ ਇਕੱਠੇ ਰਹੋਗੇ ਤੁਸੀਂ ਜਾਂ ਬਾਰ-ਬਾਰ ਮਿਲੋਗੇ ਤਾਂ ਜੋ ਤੁਹਾਡੇ ਮਨ 'ਚ ਫੀਲਿੰਗ ਆ ਉਸ ਵਿਅਕਤੀ ਲਈ ਉਹ ਉਸ ਬੰਦੇ 'ਚ ਵੀ ਹੈ ਜੀ। ਤਾਂ ਇਹ ਐਕਚੁਅਲ ਹਿਊਮਨ ਬੀਇੰਗ ਦਾ ਆਪਸੀ ਇਹ ਹੈ ਸੋਸ਼ਲ, ਸਮਾਜਿਕ ਰਿਸ਼ਤੇ। ਸਮਾਜ ਇੱਦਾਂ ਦਾ ਵੈਲਨਿਟ ਹੁੰਦਾ ਰਿਹਾ ਹੈ ਬਹੁਤ ਲੰਬਾ ਸਮਾਂ, ਅੱਜ ਵੀ ਹੈਗਾ। ਉਹ ਇਹ ਨਹੀਂ ਵੀ ਖਤਮ ਹੋ ਗਿਆ, ਲੇਕਿਨ ਉਹ ਕਮਜ਼ੋਰ ਪੈ ਗਿਆ। ਉਸ ਕਮਜ਼ੋਰੀ ਨੂੰ ਸਾਨੂੰ ਜਿਹੜਾ ਉਹ ਸਮਝਣਾ ਚਾਹੀਦਾ ਕਿ ਸਾਨੂੰ ਬਿਮਾਰ ਕਰਨ 'ਚ ਇਹ ਜਿਹੜੀ ਕਮਜ਼ੋਰੀ ਪੈ ਗਈ ਕਿ ਸਾਡਾ ਆਪਸੀ ਜਿਹੜਾ ਰਿਲੇਸ਼ਨਸ਼ਿਪ ਹੈ ਉਹ ਕੰਪੈਸ਼ਨ ਔਰ ਲਵ ਤੋਂ ਥੱਲੇ ਆ ਕੇ ਇੱਕ ਜ਼ਿਆਦਾ ਆ ਗਿਆ ਅਨਕਨਸਰਨਡ ਵਾਲਾ। ਵੀ ਠੀਕ ਹੈ, ਠੱਠੇ ਖੂਹ 'ਚ ਪਾਓ, ਵੀ ਤੁਸੀਂ ਇਕੱਠੇ ਤਾਂ ਰਹਿ ਰਹੇ ਹੋ ਪਰ ਤੁਸੀਂ ਇੱਕ ਦੂਜੇ ਪ੍ਰਤੀ ਬਾਦਰ ਨਹੀਂ ਕਰ ਰਹੇ। ਉਹ ਠੀਕ ਆ, ਉਹ ਬੰਦਾ ਉੱਧਰ ਤੁਰਿਆ ਫਿਰਦਾ, ਉੱਧਰ ਤੁਰਿਆ ਫਿਰਦਾ, ਤੁਸੀਂ ਰਾਤ ਨੂੰ ਇਕੱਠੇ ਆ ਕੇ ਸੌਂਦੇ ਹੋ ਸਕਦਾ ਤੁਹਾਡੇ ਹਸਬੈਂਡ ਵਾਈਫ ਉਹਦਾ ਫਿਜ਼ੀਕਲ ਰਿਲੇਸ਼ਨ ਵੀ ਬਣਾਓ, ਲੇਕਿਨ ਤੁਹਾਡੀ ਮੈਂਟਲ ਲੈਵਲ 'ਤੇ ਕੰਪੈਸ਼ਨ ਜਾਂ ਲਵ ਨਹੀਂ ਹੈ। ਉਹ ਕੀ ਹੋਏਗਾ ਕਿ ਉਹ ਜਿਹੇ ਬੰਦੇ ਜ਼ਿਆਦਾ ਬਿਮਾਰ ਹੋਣਗੇ, ਹਾਰਟ ਅਟੈਕ ਵੀ ਜ਼ਿਆਦਾ ਹੋਏਗਾ ਉਹਨਾਂ ਨੂੰ, ਬ੍ਰੇਨ ਸਟ੍ਰੋਕ ਵੀ ਜ਼ਿਆਦਾ ਹੋਣਗੇ, ਕੈਂਸਰ ਵੀ ਜ਼ਿਆਦਾ ਹੋਊਗਾ। ਸਭ ਬੰਦੇ ਨਫ਼ਰਤ ਸਭ ਤੋਂ ਜ਼ਿਆਦਾ ਬਿਮਾਰੀ ਪੈਦਾ ਕਰੇਗੀ। ਨਿਊਟਰਲ ਵਾਲਾ ਫਿਰ ਉਸ ਤੋਂ ਅੱਗੇ ਬਿਮਾਰੀ ਕਰੇਗਾ ਕਿ ਤੁਸੀਂ ਕੰਸਰਨਡ ਹੀ ਨਹੀਂ ਹੋ। ਜੇ ਤੁਸੀਂ ਕੰਸਰਨਡ ਨਹੀਂ ਹੋ ਤਾਂ ਉਹਦੇ ਮਨ 'ਚ ਵੀ ਇਹੀ ਜਾਏਗਾ ਕਿ ਤੁਹਾਡੀ ਇੱਕ ਜਿਹੜੀ ਇੱਕ ਸੈਂਸ ਆਫ ਜਿਹਨੂੰ ਕਹਿੰਦੇ ਆ ਸਿਕਿਉਰਿਟੀ ਹੈ, ਸੁਰੱਖਿਆ ਦੀ ਭਾਵਨਾ, ਇੱਕ ਰਿਲੈਕਸ ਦੀ ਭਾਵਨਾ, ਇੱਕ ਕੇਅਰਲੈਸਨੈਸ ਦੀ ਭਾਵਨਾ, ਉਹ ਖਤਮ ਹੋ ਜਾਏਗੀ। ਤੁਹਾਨੂੰ ਹਰ ਵੇਲੇ ਇਨਸਿਕਿਉਰ ਫੀਲ ਹੋਈ ਜਾਏਗਾ। ਅਤੇ ਜਦੋਂ ਤੁਹਾਨੂੰ ਇਹ ਲੱਗਣ ਲੱਗ ਗਿਆ ਦੈਟ ਇਜ਼ ਸਟ੍ਰੈਸ। ਜੋ ਸਟ੍ਰੈਸ ਕੀ ਹੈ? ਸਟ੍ਰੈਸ, ਐਂਗਜ਼ਾਇਟੀ ਔਰ ਡਿਪਰੈਸ਼ਨ, ਇਹ ਸਾਰੀ ਚੀਜ਼ਾਂ ਤਾਂ ਇੱਥੋਂ ਹੀ ਪੈਦਾ ਹੁੰਦੀਆਂ ਨੇ। ਜਦੋਂ ਤੁਸੀਂ ਇਹ ਫੀਲ ਕਰਦੇ ਹੋ ਕਿ ਮੈਂ ਤਾਂ ਇਕੱਲਾ ਜਿਹਾ, ਮੈਨੂੰ ਤਾਂ ਕੋਈ ਪੁੱਛਣ ਵਾਲਾ ਨਹੀਂ ਹੈ, ਮੈਨੂੰ ਤਾਂ ਕੋਈ, ਮੈਂ ਜੇ ਬਿਮਾਰ ਹੋ ਗਿਆ ਤਾਂ ਮੈਨੂੰ ਕੌਣ ਪੁੱਛੇਗਾ, ਜੇ ਮੈਂ ਬੁੱਢਾ ਹੋ ਗਿਆ ਤਾਂ ਮੈਨੂੰ ਕੌਣ ਪੁੱਛੇ। ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਜਦੋਂ ਮਨ 'ਚ ਆਉਂਦੀਆਂ ਨੇ ਤਾਂ ਉਦੋਂ ਬੰਦਾ ਬਿਮਾਰ ਹੋਣਾ ਸ਼ੁਰੂ ਹੋ ਜਾਂਦਾ। ਦੱਸੋ ਕਿ ਜਿਹੜੀ ਇਹ ਥੈਰੇਪੀ ਹੈ, ਟੱਚ ਥੈਰੇਪੀ ਹੈ ਜਾਂ ਕਿਸੇ ਵੀ ਤਰੀਕੇ ਦੀ ਜਿਹੜੀ ਮਤਲਬ ਦਵਾਈਆਂ ਜਾਂ ਦਵਾ ਪੌਦਿਆਂ ਜਾਂ ਕਿਸੇ ਵੀ ਚੀਜ਼ ਤੋਂ ਹਟ ਕੇ ਹੈ, ਯਾਨੀ ਜਿਸ ਦੇ ਵਿੱਚ ਆਪਾਂ ਸਿਰਫ ਕਮਿਊਨੀਕੇਟ ਕਰਕੇ, ਚਾਹੇ ਉਹ ਭਾਸ਼ਾ ਰਾਹੀਂ ਕਰ ਚਾਹੇ ਉਹ ਹੱਥਾਂ ਦੀ ਟੱਚ ਰਾਹੀਂ ਕਰਦੇ, ਹਰ ਤਰ੍ਹਾਂ ਦੀ ਜਿਹੜੀ ਥੈਰੇਪੀ ਦੇ ਰਾਹੀਂ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਹ ਮਤਲਬ ਉਹਦੇ ਵਿੱਚ ਕਿੱਦਾਂ ਕਿੰਨੇ % ਉਹਦਾ ਰੋਲ ਹੁੰਦਾ? ਮਤਲਬ ਜਿਵੇਂ ਇੱਕ ਹੁੰਦਾ ਕਿ ਦਵਾਈਆਂ ਦੇ ਵਿੱਚ ਹੁੰਦਾ ਵੀ ਇੰਨੇ % ਜਿਹੜੀ ਉਹ ਦਵਾਈਆਂ ਦਾ ਰੋਲ ਹੈ, ਇੰਨੇ % ਜਿਹੜਾ ਉਹ ਦੂਜੀ ਹੀਲਿੰਗ ਦਾ ਰੋਲ ਹੈ। ਇਹਦੇ ਵਿੱਚ ਆਪਾਂ ਟੱਚ ਥੈਰੇਪੀ ਜਾਂ ਕਿਸੇ ਵੀ ਤਰ੍ਹਾਂ ਦੀ ਕਮਿਊਨੀਕੇਸ਼ਨ ਦੀ ਥੈਰੇਪੀ ਜਿਹੜੀ ਹੈ ਉਹਦਾ ਕਿੰਨੇ % ਰੋਲ ਜਿਹੜਾ ਮਰੀਜ਼ ਦੀ ਹੀਲਿੰਗ ਦੇ ਵਿੱਚ ਹੁੰਦਾ? ਦੇਖੋ, ਮੈਂ ਸਮਝਦਾ ਕਿ ਜਿਹੜਾ ਮਾਈਂਡ ਹੈ ਬਹੁਤ ਸਟਰੋਂਗ ਹੈ। ਇਹ ਬਿਮਾਰੀ ਪੈਦਾ ਵੀ ਕਰਦਾ ਅਤੇ ਬਿਮਾਰੀ ਹੀਲ ਵੀ ਕਰਦਾ। ਬਿਨਾਂ ਦਵਾਈ? ਹਾਂ, ਦਵਾਈਆਂ ਦਾ ਕੋਈ ਰੋਲ ਨਹੀਂ ਹੈ ਠੀਕ ਕਰਨ ਜਾਂ ਉਹਦੇ 'ਚ। ਦਵਾਈਆਂ ਦਾ ਰੋਲ ਬਹੁਤ ਮਾਈਨਰ ਹੈ। ਜੇ ਆਪਾਂ 80-20 ਲਾ ਲਈਏ ਤਾਂ ਵੱਧ ਤੋਂ ਵੱਧ ਇੰਨਾ, ਇਸ ਤੋਂ ਵੀ ਘੱਟ ਹੋਏਗਾ। ਦਵਾਈਆਂ ਦਾ ਰੋਲ ਹੈ 80% ਰੋਲ ਤੁਹਾਡੇ ਅੰਦਰ ਇੱਕ ਇੰਟੈਲੀਜੈਂਸ ਬੈਠੀ ਆ। ਉਹ ਸਾਰੀ ਇੰਟੈਲੀਜੈਂਸ ਇਹਦੇ ਆਲੇ ਦੁਆਲੇ ਹੈ ਸਾਰੀ ਬਣੀ ਹੋਈ। ਜੋ ਆਪਾਂ ਗੱਲ ਕਰ ਰਹੇ ਹਾਂ ਪਿਆਰ, ਸਾਰੀ ਕੁਦਰਤ ਜਿਹੜੀ ਹੈ ਪਿਆਰ 'ਚ ਬੱਝੀ ਹੋਈ ਹੈ। ਤੁਸੀਂ ਕੁਦਰਤ ਦਾ ਕੋਈ ਵਰਤਾਰਾ ਦੇਖ ਲਓ, ਕੁਦਰਤ ਦਾ ਕੁਛ ਵੀ ਦੇਖ ਲਓ ਤੁਸੀਂ, ਸਾਰਾ ਇੱਕ ਲਵ ਰਿਲੇਸ਼ਨਸ਼ਿਪ ਹੈ ਕੁਦਰਤ ਦੇ ਅੰਦਰ। ਕੋਸਮੋਸ ਦੇ ਅੰਦਰ ਕਾਸਮਿਕ ਬਾਡੀਜ਼ ਨੇ। ਕਾਸਮਿਕ ਬਾਡੀ ਦੀ ਕਿਸੇ ਦੀ ਆਪਣੀ ਹੋਂਦ ਹੈ? ਅਸੀਂ ਕਹਿੰਦੇ ਧਰਤੀ ਦੇ ਜੀਵ, ਅਸੀਂ ਧਰਤੀ ਦੀ ਕੋਈ ਆਪਣੀ ਹੋਂਦ ਨਹੀਂ ਹੈ। ਧਰਤੀ ਦੀ ਹੋਂਦ ਸੂਰਜ ਨਾਲ ਜੁੜੀ ਹੋਈ ਹੈ, ਸੂਰਜ ਦੀ ਹੋਂਦ ਦੂਸਰੇ ਸੂਰਜਾਂ ਨਾਲ ਜੁੜੀ ਹੋਈ ਹੈ, ਦੂਸਰੇ ਸੂਰਜਾਂ ਦੀ ਹੋਂਦ ਫਿਰ ਦੂਜੀਆਂ ਗਲੈਕਸੀਆਂ ਨਾਲ ਜੁੜੀ ਹੋਈ ਹੈ। ਔਰ ਇਹ ਸਾਰੇ ਦੇ ਸਾਰੇ ਇੱਕ ਦੇ ਨਾਲ ਵੈਲਨਿਟ ਪਰਿਵਾਰ ਹੈ।
ਸੂਰਜ ਦੀ ਹੋਂਦ ਵੀ ਦੂਜੇ ਸੂਰਜਾਂ ਨਾਲ ਜੁੜੀ ਹੋਈ ਹੈ, ਉਹ ਕਿੱਦਾਂ? ਉਹ ਲਟਕਿਆ ਹੋਇਆ ਤਾਂ ਉਹਦੇ ਬੈਲੈਂਸ 'ਚ ਹੈ ਕਿਤੇ ਨਾ ਕਿਤੇ। ਜੇ ਦੂਜੇ ਸੂਰਜਾਂ ਦੇ ਨਾਲ ਨਹੀਂ ਟੱਚ ਨਾ ਹੁੰਦਾ ਤਾਂ ਕਿਵੇਂ ਖੜਾ ਹੈ? ਇਕੱਲਾ ਥੋੜ੍ਹਾ ਖੜ ਸਕਦਾ ਕੋਈ, ਇਕੱਲਾ ਤਾਂ ਫਿਰ ਉਹਦੀ ਉਹ ਨਹੀਂ ਬਣੇਗੀ ਨਾ। ਆਫਟਰ ਆਲ ਲਟਕ ਰਹੇ ਆ, ਇੱਕ ਦੂਜੇ ਦੀ ਗ੍ਰੈਵੀਟੇਸ਼ਨਲ ਫੋਰਸ ਨਾਲ ਹੀ ਬੈਲੈਂਸ ਹੋਏ ਨਾ। ਇੱਕ ਦੂਜੇ ਦੀ ਗ੍ਰੈਵੀਟੇਸ਼ਨਲ ਫੋਰਸ ਨਾਲ ਹੀ ਬੈਲੈਂਸ ਨੇ ਸਾਰੇ ਗਲੈਕਸੀਆਂ ਸਾਰੀਆਂ, ਇੱਕ ਦੂਜੇ ਦੀ ਗ੍ਰੈਵੀਟੇਸ਼ਨਲ ਫੋਰਸ ਨਾਲ ਬੈਲੈਂਸ ਨੇ। ਗਲੈਕਸੀਆਂ ਦੇ ਵਿੱਚੋਂ ਸਟਾਰ ਇੱਕ ਦੂਜੇ ਨਾਲ ਗ੍ਰੈਵੀਟੇਸ਼ਨਲ ਫੋਰਸ 'ਤੇ ਵੱਜੇ ਹੋਏ ਆ। ਫਿਰ ਉਹਦੇ ਅੱਗੇ ਉਹਦੀਆਂ ਧਰਤੀਆਂ ਨੇ, ਉਹ ਵੀ ਸਾਰੀਆਂ। ਤਾਂ ਸਾਰੇ ਕਿਤੇ ਨਾ ਕਿਤੇ ਵਨਨੈਸ ਹੈ, ਵਨਨੈਸ। ਅਤੇ ਵਨਨੈਸ ਜਿਹੜੀ ਹੈ ਉਸ ਪਿਆਰ ਦੀ, ਉਸ ਕਰੁਣਾ ਦਾ ਐਕਸਟ੍ਰੀਮ ਫਾਰਮ ਹੈ। ਸਭ ਤੋਂ ਲਾਸਟ ਜਿਹੜਾ ਹੈ ਰਿਸ਼ਤਾ ਹੈ ਉਹ ਵਨਨੈਸ ਦਾ ਰਿਸ਼ਤਾ ਹੈ, ਜਿਹੜਾ ਕਿ ਸੱਚ ਹੈ, ਫਾਈਨਲ ਸੱਚ, ਇਟਰਨਲ ਟਰੁੱਥ, ਜਿਹਨੂੰ ਕਹਿੰਦੇ ਯੁਗਾਂ ਤੋਂ ਜਿਹੜਾ ਸੱਚ ਜਿਹੜਾ ਸੀਗਾ ਅਤੇ ਹੈਗਾ ਅਤੇ ਹੁਣ ਵੀ ਹੈਗਾ ਅਤੇ ਫਿਰ ਵੀ ਰਹੇਗਾ, ਉਹ ਇਹ ਹੈ ਕਿ ਵਨਨੈਸ ਹੈ। ਵਨਨੈਸ ਪਿਆਰ ਤੋਂ ਵੀ ਅਗਲੀ ਸਥਿਤੀ ਹੈ। ਪਿਆਰ ਹੋਣ ਲਈ ਤਾਂ ਦੋ ਚਾਹੀਦੇ ਨਾ, ਦੋ ਹੈ ਹੀ ਨਹੀਂ। ਪਿਆਰ ਤੋਂ ਅਗਲੀ ਸਥਿਤੀ ਆ ਗਈ ਕਿ ਦੋ ਹੈ ਹੀ ਨਹੀਂ, ਐਕਚੁਅਲੀ ਹੈ ਹੀ ਵਨ ਹੈ। ਸੱਚ ਉਹ ਹੈ, ਉਹਦੇ ਸਭ ਤੋਂ ਨੇੜੇ ਹੈ ਪਿਆਰ ਦਾ ਰਿਸ਼ਤਾ। ਕਿ ਜੇ ਤੁਹਾਡਾ ਕੋਈ ਪਿਆਰ ਕਰਨ ਵਾਲਾ ਨੂੰ ਕੁਰਬਾਨੀ ਦੀ ਲੋੜ ਹੈ, ਤੁਸੀਂ ਕੁਰਬਾਨੀ ਵੀ ਕਰ ਜਾਂਦੇ ਹੋ, ਜਾਨ 'ਤੇ ਖੇਡ ਜਾਂਦੇ ਹੋ। ਤੁਸੀਂ ਜਾਨ 'ਤੇ ਖੇਡ ਜਾਂਦੇ ਹੋ ਅਤੇ ਉਹਨੂੰ ਬਚਾਉਂਦੇ ਹੋ। ਇਹ ਹੈ ਪਿਆਰ। ਉਸ ਤੋਂ ਥੋੜ੍ਹਾ ਜਿਹਾ ਥੱਲੇ ਹੈ ਕੰਪੈਸ਼ਨ, ਕਰੁਣਾ, ਕਿ ਤੁਸੀਂ ਦੂਸਰੇ ਦੀ ਦਰਦ ਮਹਿਸੂਸ ਕਰ ਰਹੇ ਹੋ। ਪਿਆਸਾ ਦੂਸਰਾ, ਲੇਕਿਨ ਤੁਹਾਨੂੰ ਲੱਗ ਰਿਹਾ ਪਿਆਸ ਉਹਨੂੰ ਕਿੱਦਾਂ ਮਹਿਸੂਸ ਕਰ ਰਿਹਾ ਹੋਵੇਗਾ ਜਦੋਂ ਪਿਆਸਾ ਹੋਊਗਾ, ਤਾਂ ਉਹ ਕੰਪੈਸ਼ਨ ਹੈ। ਅਤੇ ਅੱਗੇ ਫਿਰ ਜਿਹੜੇ ਨੈਗੇਟਿਵ ਚਲੇ ਜਾਂਦੇ, ਨਿਊਟਰਲ ਰਿਲੇਸ਼ਨਸ਼ਿਪ ਆ ਗਿਆ ਕਿ ਅਨਕਨਸਰਨਡ, ਪਹਾੜ 'ਚ ਠੱਠੇ ਕੁਝ ਪਾਓ, ਮੈਂ ਤਾਂ ਕੰਸਰਨ ਨਹੀਂ ਤੇਰੇ, ਨਿਊਟਰਲ ਆ ਗਿਆ। ਉਸ ਤੋਂ ਅੱਗੇ ਫਿਰ ਨੈਗੇਟਿਵ ਹੈ ਕਿ ਤੁਸੀਂ ਬੰਦੇ ਨੂੰ ਨਫ਼ਰਤ ਕਰਦੇ ਹੋ, ਤੁਸੀਂ ਹਾਰਮ ਕਰਨ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ ਬਦਲਾ ਲੈਣ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ ਉਹਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ ਮਾਰਨ ਦੀ ਤਾਂ ਨੈਗੇਟਿਵ ਹੈ। ਤਾਂ ਉਹ ਸਾਰੇ ਦਾ ਸਾਰਾ ਰੇਂਜ ਹੈ ਪੂਰਾ ਜਿਹੜਾ ਇਹ ਹਿਊਮਨ ਰਿਲੇਸ਼ਨਸ਼ਿਪ ਦਾ। ਇਹਦੇ 'ਚ ਜਿਹੜਾ ਹੈ ਕਮਿਊਨੀਕੇਸ਼ਨ ਦਾ ਰੋਲ ਤਾਂ ਹੈ ਹੀ ਹੈ, ਕਿਉਂਕਿ ਕਮਿਊਨੀਕੇਸ਼ਨ ਦੇ ਰਾਹੀਂ ਹੀ ਤੁਸੀਂ ਕਨਵੇ ਕਰਨਾ ਹੈ ਰਿਸ਼ਤਾ। ਰਿਸ਼ਤੇ ਦੇ ਕਨਵੇ ਕਰਨ ਦਾ ਤਰੀਕਾ ਕਮਿਊਨੀਕੇਸ਼ਨ ਹੈ, ਅਤੇ ਉਸੇ ਕਮਿਊਨੀਕੇਸ਼ਨ ਦਾ ਪਾਰਟ ਸਾਰਾ ਕੁਛ ਹੈ। ਜਿਹੜੀ ਸਾਡੀਆਂ ਇਹ 5 ਜਿਹਨੂੰ ਕਹਿੰਦੇ ਆ ਗਿਆਨ ਇੰਦਰੀਆਂ ਨੇ, 5 ਗਿਆਨ ਇੰਦਰੀਆਂ ਨੇ, ਇਹ ਕਮਿਊਨੀਕੇਸ਼ਨ ਦਾ ਸਾਧਨ ਹੈ। ਟੱਚ ਉਹਦੇ 'ਚ ਇੱਕ ਹੈ। ਸਕਿਨ ਸਭ ਤੋਂ ਵੱਡੀ ਹੈ। ਸਕਿਨ ਦੇ ਰਾਹੀਂ ਅਸੀਂ ਪੈਰਾਂ ਰਾਹੀਂ ਤੁਰਦੇ ਹਾਂ। ਜੇ ਸਾਨੂੰ ਉਹ ਜਦੋਂ ਪੈਰਾਂ ਰਾਹੀਂ ਤੁਰਦੇ ਹਾਂ ਤਾਂ ਜੇ ਸਾਨੂੰ ਉਹ ਕਮਿਊਨੀਕੇਸ਼ਨ ਨਾ ਹੋਵੇ ਉਹ ਟੱਚ ਦੀ, ਪੈਰ ਤਾਂ ਤੁਰ ਹੀ ਨਹੀਂ ਸਕਦੇ, ਗਿਰ ਜਾਂਗੇ। ਸਾਡੇ ਪੈਰ ਉਸ ਕਮਿਊਨੀਕੇਸ਼ਨ ਨੂੰ ਕਨਵੇ ਕਰਦੇ ਨਾ ਵੀ ਹਾਂ ਪੈਰ ਜ਼ਮੀਨ 'ਤੇ ਲੱਗ ਰਿਹਾ, ਤਾਂ ਹੀ ਤੁਰਿਆ ਜਾਂਦਾ। ਹੱਥ ਹੈ ਕੰਮ ਕਰ ਰਹੇ ਹਾਂ ਤਾਂ ਕੰਮ ਤਾਂ ਹੀ ਕਰ ਹੋਏਗਾ ਜੇ ਹੱਥ ਕਮਿਊਨੀਕੇਟ ਕਰ ਰਿਹਾ ਤਾਂ। ਸੋ ਟੱਚ ਇੱਕ ਬਹੁਤ ਇੰਪੋਰਟੈਂਟ ਕਮਿਊਨੀਕੇਸ਼ਨ ਹੁੰਦੀ ਹੈ, ਅਤੇ ਹਿਊਮਨ ਟੂ ਹਿਊਮਨ ਕਮਿਊਨੀਕੇਸ਼ਨ ਵੀ ਟੱਚ ਦੇ ਸਿਰ 'ਤੇ ਬਹੁਤ ਜ਼ਿਆਦਾ ਹੈ। ਜੇ ਅਸੀਂ ਤੁਸੀਂ ਦੇਖੋਗੇ ਕਿ ਜਿਹੜੇ ਬਹੁਤ ਬੱਚਾ ਹੈ ਮਾਂ ਦੀ ਗੋਦੀ 'ਚ ਚੜ੍ਹਨਾ ਚਾਹੁੰਦਾ ਬੇਸ਼ੱਕ, ਕਿਉਂ? ਕਿਉਂਕਿ ਉੱਥੇ ਆ ਕੇ ਉਹ ਫੀਲ ਕਰਦਾ ਮਾਂ ਨਾਲ ਵਨਨੈਸ, ਕਿ ਮਾਂ ਅਤੇ ਮੈਂ ਇੱਕੋ ਹੀ ਹਾਂ। ਫਿਰ ਜਦੋਂ ਤੁਸੀਂ ਦੋਸਤਾਂ ਨਾਲ ਹੁੰਦੇ ਹੋ, ਬੀਵੀ ਨਾਲ ਹੁੰਦੇ ਹੋ, ਹਸਬੈਂਡ ਵਾਈਫ ਹੁੰਦੇ ਹੋ, ਤਾਂ ਤੁਸੀਂ ਇੱਕ ਦੂਜੇ ਕਿਸੇ ਦੀ ਗੋਦੀ ਸਿਰ ਰੱਖ ਦਿੰਦੇ ਹੋ, ਕਿਸੇ ਦਾ ਸਿਰ ਪਲੋਸਦੇ ਹੋ, ਜੱਫੀ ਪਾ ਕੇ ਬੈਠਦੇ ਹੋ, ਹੱਥ ਛੱਤ ਫੜ ਕੇ ਬੈਠਦੇ ਹੋ। ਆਲ ਦੀਜ਼ ਆਰ ਹਿਊਮਨ ਕਮਿਊਨੀਕੇਸ਼ਨਸ, ਜਿਹੜੀ ਕਿ ਬਹੁਤ ਬਿਊਟੀਫੁਲ ਨੇ। ਇਹਨੂੰ ਬਹੁਤ ਲੋਕਾਂ ਨੇ ਵਲਗਰਾਈਜ਼ ਕੀਤਾ ਕਿ ਮੇਲ ਫੀਮੇਲ ਜਿਹੜੇ ਨੇ ਆਪਸ ਕਮਿਊਨੀਕੇਸ਼ਨ ਨਹੀਂ ਕਰ ਸਕਦੇ। ਉਹਨੇ ਸੈਕਸ ਕੌਂਸ਼ੀਅਸ ਕਰਤੀ ਸੋਸਾਇਟੀ ਬਹੁਤ ਜ਼ਿਆਦਾ, ਕਿ ਵੀ ਮੇਲ ਫੀਮੇਲ ਜੇ ਹੱਥ ਫੜ ਕੇ ਬੈਠਦੇ ਆ ਜਾਂ ਇਕੱਠੇ ਜੇ ਜੁੜ ਕੇ ਬੈਠਦੇ ਆ ਤਾਂ ਉਹਦੇ 'ਚੋਂ ਮੀਨਿੰਗ ਕੱਢਣਾ, ਤਾਂ ਉਹ ਉੱਦਾਂ ਦਾ ਹੋ ਗਿਆ। ਸੈਕਸ ਕੌਂਸ਼ੀਅਸ ਸੋਸਾਇਟੀ ਜਿਹੜੀ ਹੁੰਦੀ ਹੈ ਉਹ ਕਮਿਊਨੀਕੇਸ਼ਨ ਨੂੰ ਤੋੜਦੀ ਹੈ। ਉਹ ਮੰਨ ਲਓ ਇੱਥੇ ਤੁਸੀਂ ਆਪਣੇ ਦਾ ਅਜੇ ਆਪਣੇ ਇੰਨੀ ਪ੍ਰੋਬਲਮ ਨਹੀਂ ਆਈ। ਜੇ ਪੱਛਮੀ ਮੁਲਕਾਂ ਦੇ ਜੇ 2 ਮੁੰਡੇ ਜੱਫੀ ਪਾ ਕੇ ਜਾਂਦੇ ਹੋਣ ਨਾ, ਤਾਂ ਲੋਕ ਘੂਰ ਦੇਖਣ ਲੱਗ ਜਾਂਦੇ ਆ, ਲੋਕਾਂ ਨੂੰ ਵੀ ਗੇ ਨੇ ਇਹ। ਇੱਥੇ ਨਹੀਂ ਇਹ ਪ੍ਰੋਬਲਮ, ਆਪਣੇ ਗੇਨੈਸ ਹੈ ਨਹੀਂ ਬਹੁਤੀ। ਆਪਣੇ ਜੇ 2 ਦੋਸਤ ਜੱਫੀ ਪਾ ਕੇ ਜਾ ਰਹੇ ਤਾਂ ਵੀ ਟੇਕ ਇਟ ਨੈਚੁਰਲੀ, ਵਾਹ ਖੁਸ਼ ਹੁੰਦੇ ਨੇ ਵੀ ਇਹ ਦੋਸਤ ਨੇ। ਅਤੇ ਜੇ ਤੁਸੀਂ ਪੱਛਮੀ ਮੁਲਕਾਂ 'ਚ ਬਾਹਰ ਸੜਕ 'ਤੇ ਜੱਫੀ ਪਾ ਕੇ ਤੁਰੇ ਜਾਂਦੇ ਹੋਣਗੇ ਤਾਂ ਲੋਕ ਤੁਹਾਨੂੰ ਘੂਰਨਗੇ ਵੀ ਇਹ ਤਾਂ ਗੜਬੜ ਹੈ। ਤਾਂ ਇਹ ਜਿਹੜਾ ਸਮਾਜ ਦੇ ਅੰਦਰ ਕ੍ਰੀਏਟ ਕੀਤਾ ਜਾਂਦੀਆਂ ਨੇ ਬੈਰੀਅਰਸ ਕ੍ਰੀਏਟ। ਹੁਣ ਇਨਫੈਕਸ਼ਨਾਂ ਦੇ ਨਾਂ 'ਤੇ ਬੈਰੀਅਰ ਕਿੰਨੇ ਕ੍ਰੀਏਟ ਕਰਦੇ ਆ। ਤੁਹਾਨੂੰ ਕਹਿ ਦਿੱਤਾ ਵੀ ਅੰਦਰ ਵੜ ਕੇ ਬੈਠੋ, ਇੱਕ ਦੂਜੇ ਨੇੜੇ ਨਾ ਲੱਗੋ, ਦੂਰ ਰਹੋ, ਕਮਰੇ 'ਚ ਬੰਦ ਕਰ ਦਿਓ, ਜਿਹਨੂੰ ਉਹਨੂੰ ਬਿਮਾਰੀ ਹੋ ਗਈ ਤਾਂ। ਇਹ ਸਾਰਾ ਜਿਹੜਾ ਇਹ ਕਮਿਊਨੀਕੇਸ਼ਨ ਤੋੜਦਾ, ਇਹ ਤੁਹਾਨੂੰ ਡੀਹਿਊਮਨਾਈਜ਼ ਕਰਦਾ। ਤਾਂ ਅੱਜ ਇਸ ਬਿਮਾਰੀ ਨੇ ਬਹੁਤ ਡੀਹਿਊਮਨਾਈਜ਼ ਕੀਤਾ ਸਾਰੀ ਸੋਸਾਇਟੀ ਨੂੰ। ਇਹਨੇ ਤੁਹਾਡੀ ਕੋਰ ਹੈ ਜਿਹੜੀ ਤੋੜ ਦਿੱਤੀ।
ਜਿਹੜੀ ਕੋਰ ਦੇ ਸਿਰ ਤੇ ਤੁਸੀਂ ਖੜੇ ਸੀਗੇ, ਜਿਹੜੀ ਮਨੁੱਖਤਾ ਦੀ ਇੱਕ ਹੋਂਦ ਦੀ ਕੋਰ ਹੈ, ਇੱਕ ਤੁਰ ਹੈ ਉਹਦਾ ਕਿ ਆਪਸ ਕਮਿਊਨੀਕੇਸ਼ਨ ਚਾਹੀਦੀ ਹੈ, ਉਹ ਕਮਿਊਨੀਕੇਸ਼ਨ ਨੂੰ ਬਹੁਤ ਵੀਕ ਕੀਤਾ ਇਹਨੇ। ਲੋਕ ਇੱਕ ਦੂਜੇ ਦੇ ਘਰ ਜਾਣੋਂ ਹਟ ਗਏ, ਰਿਸ਼ਤੇਦਾਰ ਮਿਲਣੋਂ ਹਟ ਗਏ। ਜਿਹੜੇ ਬਹੁਤ ਕਲੋਜ਼ ਬੰਦੇ ਸੀਗੇ ਈਵਨ ਇੱਕ ਦੂਜੇ ਦਾ ਹਾਲ ਚਾਲ ਨਹੀਂ ਪੁੱਛਣ ਗਏ। ਜੇ ਮਰ ਗਿਆ ਕੋਈ ਤਾਂ ਸੰਸਕਾਰ 'ਤੇ ਨਹੀਂ ਗਏ, ਬਿਮਾਰ ਹੋ ਗਿਆ ਤਾਂ ਉਹਦਾ ਹਾਲ ਨਹੀਂ ਪੁੱਛਣ ਗਏ। ਇਹ ਸਾਰਾ ਨੌਨਸੈਂਸ ਜਿਹੜਾ ਹੋਇਆ ਇਹ ਕਿਤੇ ਨਾ ਕਿਤੇ ਸਾਰੇ ਨੇ ਬਹੁਤ ਜ਼ਿਆਦਾ ਡੀਹਿਊਮਨਾਈਜ਼ ਕੀਤਾ ਗੱਲ। ਤਾਂ ਇਹਨਾਂ ਗੱਲਾਂ ਨੂੰ ਅਗਰ ਸੋਸਾਇਟੀ ਰਿਅਲਾਈਜ਼ ਕਰਦੀ ਹੋਵੇ ਤਾਂ ਇਹ ਗੱਲਾਂ ਜਿਹੜੀਆਂ ਨੇ ਉਹ ਨਾਲ ਦੀਆਂ ਪਕੜ 'ਚ ਆ ਜਾਣਗੀਆਂ। ਹੁਣ ਇਹ ਸ਼ਰਾਰਤ ਕਰਨ ਵਾਲੇ ਤਾਂ ਕਰ ਜਾਂਦੇ ਆ, ਸ਼ਰਾਰਤ ਕਰਨ ਵਾਲੇ ਕਰਤੀ ਕਿਉਂਕਿ ਸਮਾਜ ਤੋੜਨਾ ਚਾਹੁੰਦੇ ਆ ਉਹ। ਸਾਡੇ ਸਮਾਜ ਦੇ ਅੰਦਰ ਅੱਜ ਹਿੰਦੁਸਤਾਨ ਦੇ ਸਮਾਜ 'ਚ ਅੱਜ ਵੀ ਕਮਿਊਨੀਕੇਸ਼ਨ ਬਹੁਤ ਸਟਰੋਂਗ ਹੈ। ਸਾਡੇ ਜਿਹੜਾ ਸਾਡੀ ਆਪਸੀ ਭਾਈਚਾਰਾ ਹੈ ਅੱਜ ਵੀ ਬਹੁਤ ਸਟਰੋਂਗ ਹੈ, ਲੇਕਿਨ ਉਹਨੂੰ ਤੋੜਨਾ ਚਾਹੁੰਦੇ ਆ ਉਹ ਤੋੜਨ ਲਈ ਇਹੋ ਜਿਹੀਆਂ ਬਿਮਾਰੀਆਂ ਦਾ ਵੀ ਰੋਲ ਹੈ ਜਿਹੜੀਆਂ ਫਾਲਤੂ ਦੀਆਂ ਡਰਾ ਕੇ ਦੱਸੋ 15 ਦਿਨ ਪਹਿਲਾਂ ਤੱਕ ਡਰ ਕੇ ਲੋਕ ਅੰਦਰ ਬੜੇ ਫਿਰਦੇ ਸੀ। ਹੁਣ ਕੁਛ ਨਹੀਂ ਹੈ, ਹੁਣ ਕਿੱਧਰ ਗਿਆ ਉਹ ਵਾਇਰਸ, ਕਿੱਧਰ ਗਿਆ? ਤਾਂ ਇਹ ਕਿਤੇ ਨਾ ਕਿਤੇ ਇਹ ਸ਼ਰਾਰਤਾਂ ਵੀ ਹੁੰਦੀਆਂ ਨੇ, ਇਹ ਸ਼ਰਾਰਤਾਂ ਤੋਂ ਬਚਣਾ ਚਾਹੀਦਾ। ਅਤੇ ਜਿਹੜਾ ਇਹ ਆਪਸੀ ਕਮਿਊਨੀਕੇਸ਼ਨ ਦਾ ਜਿਹੜਾ ਰੋਲ ਹੈ ਹੀਲਿੰਗ ਦੇ ਅੰਦਰ, ਹੈਲਥ ਦੇ ਅੰਦਰ, ਸਮਾਜ ਨੂੰ ਵਧੀਆ ਚਲਾਉਣ 'ਚ, ਸਮਾਜ ਦੀ ਆਰਥਿਕਤਾ, ਉਹਦਾ ਸਮਾਜਿਕ ਵਿਵਸਥਾ, ਉਹਦੀ ਸਾਈਕੋਲੋਜੀ, ਸਾਰਾ ਕੁਝ ਜਿਹੜਾ ਉਹਨੂੰ ਹੈਲਦੀ ਰੱਖਣ ਲਈ ਇਹ ਕਮਿਊਨੀਕੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਅਤੇ ਉਹ ਕਮਿਊਨੀਕੇਸ਼ਨ ਦੇ ਅੰਦਰ ਜਿਹੜੀ ਟੱਚ ਥੈਰੇਪੀ ਹੈ ਉਹ ਬੜਾ ਇੰਪੋਰਟੈਂਟ ਰੋਲ ਹੈ। ਇੱਕ ਚੀਜ਼ ਜਿਹੜੀ ਲਾਸਟ ਜਾਂਦੇ ਮੈਂ ਜਿਹੜਾ ਸਵਾਲ ਮੈਨੂੰ ਲੱਗਦਾ ਦਰਸ਼ਕਾਂ ਦੇ ਮਨਾਂ ਦੇ ਵਿੱਚ ਵੀ ਹੋਣਾ ਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਹੀਲਰ ਟੱਚ ਰਾਹੀਂ ਚਾਹੇ ਕਿਸੇ ਵੀ ਭਾਸ਼ਾ ਰਾਹੀਂ ਉਹ ਕੌਣ ਹੁੰਦਾ? ਨਹੀਂ, ਇਹ ਡਿਪੈਂਡ ਕਰਦਾ ਕੁਲਵੰਤ ਜੀ, ਇਹ ਕੌਣ ਦੀ ਕੋਈ ਗੱਲ ਨਹੀਂ ਹੈ। ਕਿਉਂਕਿ ਆਪਾਂ ਜੇ ਕੌਣ ਕਿਸੇ ਇੱਕ ਨੂੰ ਕਹਿ ਦਾਂਗੇ ਨਾ ਤਾਂ ਫਿਰ ਆਪਾਂ ਜੇ ਉਹ ਰਿਸ਼ਤਾ ਕਿਸੇ ਦਾ ਨਹੀਂ ਹੈਗਾ ਤਾਂ ਫਿਰ ਬੰਦਾ ਕਹੂਗਾ ਵੀ ਮੈਂ ਤਾਂ ਫਿਰ ਲੈ ਕਰ ਕੁਝ ਨਹੀਂ ਸਕਦਾ। ਐਸਾ ਕੁਝ ਨਹੀਂ ਹੁੰਦਾ। ਬਹੁਤ ਲੋਕ ਨੇ ਆਪਣੇ ਗਾਵਾਂ ਨੂੰ ਟੱਚ ਕਰਕੇ ਹੀਲ ਕਰ ਲੈਂਦੇ ਆ। ਸਾਡੇ ਆਯੁਰਵੇਦ 'ਚ ਨੋਨ ਹੈ ਕਿ ਫਲਾਣੀ ਬਿਮਾਰੀ ਦਾ ਇਲਾਜ ਕਰਨਾ ਤੇ ਗਾਂ ਦੇ ਪਿੰਡੇ 'ਤੇ ਹੱਥ ਫੇਰੋ, ਗਾਂ ਦੀ ਪੂੰਛ ਨੂੰ ਵੀ ਹਾਂ। ਸੋ ਉਹ ਮਤਲਬ ਕੀ ਹੁੰਦਾ ਹੈ ਕਿ ਗਾਂ ਜਿਹੜੀ ਸੀ, ਕਿਉਂਕਿ ਸਾਡਾ ਸਭ ਤੋਂ ਨੇੜਲਾ ਐਨੀਮਲ ਹੈ ਜਿਹੜਾ ਸਾਨੂੰ ਦੁੱਧ ਦਿੰਦਾ ਹੈ, ਔਰ ਗਾਂ ਇਮੋਸ਼ਨਲੀ ਵੀ ਸਾਡੇ ਨਾਲ ਕਮਿਊਨੀਕੇਟ ਕਰਦੀ ਹੈ। ਗਾਂ ਇੱਕ ਇੰਟੈਲੀਜੈਂਟ ਜਾਨਵਰ ਹੈ, ਮੱਝ ਨਹੀਂ ਕਰਦੀ ਉਹਨਾਂ। ਗਾਂ ਨੂੰ ਤੁਸੀਂ ਗਾਂ ਨਾਲ ਦੇ ਸਿਰ 'ਤੇ ਹੱਥ ਫੇਰੋਗੇ ਤਾਂ ਤੁਹਾਡੇ ਜਿਹੜਾ ਦੇਖਦੀ ਆ ਉਹ ਉੱਥੋਂ ਲੱਗਦਾ ਵੀ ਤੁਹਾਡੇ ਨਾਲ ਕਮਿਊਨੀਕੇਟ ਕਰ ਲਈ। ਥੋੜ੍ਹਾ ਕੁੱਤਾ ਬਹੁਤ ਜ਼ਿਆਦਾ ਕਮਿਊਨੀਕੇਟ ਕਰਦਾ ਤੁਹਾਡੇ ਨਾਲ। ਕੁੱਤੇ ਦੀ ਇੰਨੀ ਸੈਂਸ ਹੈ ਹਿਊਮਨ ਬੀਇੰਗ ਦੀ, ਇੰਨੀ ਪੁਰਾਣੀ ਐਸੋਸੀਏਸ਼ਨ ਹੋ ਗਈ ਕਿ ਉਹ ਬੰਦੇ ਦੀ ਘੂਰ ਵੀ ਸਮਝਦਾ। ਜਿੰਨੇ ਕੁੱਤੇ ਪਾਲੇ ਹੁੰਦੇ, ਜੇ ਮੈਨੂੰ ਮਾੜਾ ਜਿਹਾ ਘੂਰਦਾ, ਉਂਗਲ ਵੀ ਖੜੀ ਕਰਦੇ ਤਾਂ ਉੱਥੇ ਬੈਠ ਜਾਂਦਾ ਕੁੱਤਾ। ਉਹ ਡਿਪੈਂਡ ਕਰਦਾ ਕਿ ਤੁਹਾਡੀ ਕਮਿਊਨੀਕੇਸ਼ਨ ਕਿਹਦੇ ਨਾਲ ਹੈ। ਜਿਹਦੇ ਨਾਲ ਵੀ ਤੁਹਾਡੀ ਕਮਿਊਨੀਕੇਸ਼ਨ ਹੈ ਤੁਹਾਡਾ ਬੈਸਟ ਹੀਲਰ ਹੈ। ਸੋ ਬੰਦੇ ਅੱਜ ਕੁਲਵੰਤ ਜੀ ਸਾਡੀ ਲੋੜ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਉਹ ਇੱਦਾਂ ਦੇ ਲੋਕਾਂ ਦਾ ਇੱਕ ਸਰਕਲ ਬਣਾ ਕੇ ਰੱਖੀਏ ਜਿਨ੍ਹਾਂ ਨਾਲ ਸਾਡੀ ਕਮਿਊਨੀਕੇਸ਼ਨ ਜਿਹੜੀ ਹੈ ਉਹ ਲਵ, ਕੰਪੈਸ਼ਨ ਅਤੇ ਵਨਨੈਸ ਵਾਲੀ ਹੋਵੇ। ਅਦਰਵਾਈਜ਼ ਤੁਸੀਂ ਜ਼ਿੰਦਗੀ ਆਪਾਂ ਆਪਣਾ ਜੀਵਨ ਵੇਸਟ ਕਰ ਰਹੇ ਹਾਂ। ਜਿਹੜਾ ਬੰਦਾ ਇਕੱਲਾ ਜਿਹਾ ਫਿਰੀ ਜਾਂਦਾ ਅਤੇ ਆਪਣੇ ਆਪ ਨੂੰ ਪਾਟੇ ਖਾਂ ਸਮਝੀ ਜਾਵੇ ਜਿੰਨਾ ਮਰਜ਼ੀ, ਕੁਛ ਨਹੀਂ ਉਹਦੀ ਜ਼ਿੰਦਗੀ 'ਚ, ਖੋਖਲਾਪਨ ਹੁੰਦਾ ਹੈ ਬਹੁਤ। ਮੈਂ ਬਹੁਤ ਬੰਦੇ ਦੇਖੇ, ਬਹੁਤ ਅਮੀਰ ਨੇ, ਬੜੇ ਵੱਡੀਆਂ ਕੁਰਸੀਆਂ 'ਤੇ ਬੈਠੇ ਆ, ਪਰ ਅੰਦਰੋਂ ਇੰਨੇ ਖੋਖਲੇ ਨੇ ਕਿ ਉਹ ਜਦੋਂ ਇਕੱਲੇ ਹੁੰਦੇ ਆ ਤਾਂ ਉਹ ਮਤਲਬ ਇੰਨੇ ਉਦਾਸ ਮਹਿਸੂਸ ਕਰਦੇ ਆ। ਲੇਕਿਨ ਉਹਦੇ ਮੁਕਾਬਲੇ 'ਚ ਜਿਹੜਾ ਬੰਦੇ ਦੇ ਆਲੇ ਦੁਆਲੇ 5, 7, 10 ਦੋਸਤ, ਮਿੱਤਰ, ਰਿਸ਼ਤੇਦਾਰ, ਮਾਂ ਬਾਪ, ਭੈਣ ਭਰਾ, ਪਤਨੀ, ਇਹੋ ਜਿਹੇ ਰਿਸ਼ਤਿਆਂ 'ਚ ਬੱਝੇ ਹੋਏ ਆ ਜਿਹੜੇ ਉਹਨੂੰ ਪਿਆਰ ਕਰਦੇ ਆ, ਉਹਦਾ ਸਵਰਗ ਆ ਜ਼ਿੰਦਗੀ ਉਹਦੀ। ਉਹਦੇ ਕੋਲ ਪੈਸੇ ਘੱਟ ਹੋਣ ਤਾਂ ਨਹੀਂ ਫਰਕ ਪੈਂਦਾ, ਪੈਸੇ ਵੱਧ ਹੋਣ ਤਾਂ ਨਹੀਂ ਫਰਕ ਪੈਂਦਾ। ਉਹਦੇ ਕੋਲ ਬਾਕੀ ਸੁੱਖ ਸਹੂਲਤਾਂ ਜਿਹੜੀਆਂ ਉਹ ਇੰਪੋਰਟੈਂਟ ਨਹੀਂ ਹੈ। ਸਭ ਤੋਂ ਵੱਡੀ ਜਿਹੜੀ ਸੁੱਖ ਸਹੂਲਤ ਹੁੰਦੀ ਹੈ ਉਹ ਹੈਗੀ ਤੁਹਾਡੇ ਆਲੇ ਦੁਆਲੇ ਉਹਨਾਂ ਮਨੁੱਖਾਂ ਦਾ ਇੱਕ ਸਮੂਹ ਹੋਣਾ ਚਾਹੀਦਾ ਜਿਹਨਾਂ ਨਾਲ ਤੁਸੀਂ ਪਿਆਰ ਦੇ ਰਿਸ਼ਤੇ 'ਚ ਬੱਝੇ ਹੋ। ਅਤੇ ਕਿਉਂਕਿ ਇਹ ਜਿਹੜਾ ਪਿਆਰ ਦਾ ਰਿਸ਼ਤਾ ਮਨੁੱਖਾਂ ਨਾਲ ਹੈ, ਇਹ ਅਲਟੀਮੇਟਲੀ ਉਸ ਰਿਸ਼ਤੇ ਦਾ ਹਿੱਸਾ ਹੈ ਜਿਹੜਾ ਅਲਟੀਮੇਟਲੀ ਸਾਡਾ ਨੇਚਰ ਨਾਲ ਰਿਸ਼ਤਾ, ਜਿਹੜਾ ਅਲਟੀਮੇਟਲੀ ਸਾਡਾ ਕਾਸਮਾਸ ਨਾਲ ਰਿਸ਼ਤਾ, ਜਿਹੜਾ ਪਰਮਾਤਮਾ ਨਾਲ ਰਿਸ਼ਤਾ। ਸੋ ਇਹ ਰਿਸ਼ਤਿਆਂ ਦਾ ਲੈਵਲ ਹੈ। ਅਸੀਂ ਪਰਮਾਤਮਾ ਨਾਲ ਵੀ ਬੱਝੇ ਹੋਏ ਹਾਂ, ਅਸੀਂ ਕਾਸਮੋਸ ਦੇ ਕਾਸਮਿਕ ਬਾਡੀਜ਼ ਨਾਲ ਵੀ ਬੱਝੇ ਹੋਏ ਹਾਂ, ਅਸੀਂ ਆਪਣੀ ਧਰਤੀ ਮਾਂ, ਨੇਚਰ, ਕੁਦਰਤ ਮਾਤਾ ਨਾਲ ਵੀ ਬੱਝੇ ਹੋਏ ਹਾਂ, ਫਿਰ ਅਸੀਂ ਆਪਣੇ ਆਲੇ ਵਸਦੇ ਸਮਾਜ ਨਾਲ ਵੀ ਬੱਝੇ ਹੋਏ ਹਾਂ। ਅਤੇ ਉਹ ਸਮਾਜ ਜਿਹੜਾ ਸਭ ਤੋਂ ਕਲੋਜ਼ ਨੇੜਲਾ ਰਿਸ਼ਤਾ ਹੁੰਦਾ ਪਰਿਵਾਰ ਦਾ। ਤੁਹਾਡਾ ਪਰਿਵਾਰ ਹੈ ਉਹ ਨੇੜੇ ਹੈ, ਜਾਂ ਤੁਹਾਡੇ 2, 4, 5, 10 ਦੋਸਤ ਹੁੰਦੇ ਆ ਉਹ ਨੇ, ਜਾਂ ਜਿੱਥੇ ਤੁਸੀਂ ਕੰਮ ਕਰਦੇ ਹੋ ਉੱਥੇ ਦੋਸਤੀਆਂ ਡਿਵੈਲਪ ਹੋ ਜਾਂਦੀਆਂ ਨੇ। ਤਾਂ ਇਹਨਾਂ ਦੇ ਸਰਕਲ ਬਾਰੇ ਆਪਾਂ ਨੂੰ ਚੇਤਨ ਰਹਿਣਾ ਚਾਹੀਦਾ ਕਿ ਜਿੱਥੇ ਕੰਮ ਕਰਦੇ ਹੋ ਉੱਥੇ 5, 7, 10 ਦੋਸਤ ਤੁਹਾਡੇ ਹੋਣ ਜਿਹੜੇ ਤੁਹਾਡੇ ਇੰਨੇ ਪਿਆਰੇ ਹੋਣ ਕਿ ਤੁਹਾਨੂੰ ਦੇਖ ਕੇ ਖਿੜ ਜਾਣ। ਤੁਹਾਡਾ ਪਰਿਵਾਰ ਇੰਨਾ ਤੁਸੀਂ ਉਹਨੂੰ ਪਿਆਰ ਕਰਦੇ ਹੋ ਕਿ ਜਦੋਂ ਜਾਓ ਤਾਂ ਤੁਹਾਨੂੰ ਚਿੰਬੜੇ ਜਾਣ ਸਾਰ ਵੀ ਜੇ ਤੁਸੀਂ 2 ਦਿਨ ਬਾਹਰ ਰਹਿ ਗਏ ਤਾਂ ਤੁਹਾਡਾ ਪਰਿਵਾਰ ਤੁਹਾਨੂੰ ਮਿਸ ਕਰੇ।
ਤੇ ਇਦਾਂ ਹੀ ਤੁਹਾਡਾ ਜੇ ਮਹੱਲਾ ਹੈ ਉਹ ਤੁਹਾਨੂੰ ਮਿਸ ਕਰੇ, ਤੁਹਾਡਾ ਪਿੰਡ ਹੈ, ਜੇ ਤੁਸੀਂ 5 7 10 ਦਿਨ ਪਿੰਡ ਨਹੀਂ ਆਏ ਤਾਂ ਪਿੰਡ 'ਚ ਤੁਹਾਨੂੰ ਜਦੋਂ ਜਾਓ ਵਾਪਸ ਤਾਂ ਤੁਹਾਨੂੰ ਲੋਕ ਕਹਿਣ ਵੀ ਕਿੱਥੇ ਸੀ ਤੂੰ। ਤਾਂ ਇਦਾਂ ਦੇ ਰਿਸ਼ਤੇ ਆਪਾਂ ਡਿਵੈਲਪ ਕਰੀਏ ਜਿਹੜੇ ਕਿ ਖੁਸ਼ੀਆਂ ਭਰੇ, ਖੇੜਿਆਂ ਭਰੇ ਜੀਵਨ ਲਈ ਤੇ ਖਾਸ ਕਰਕੇ ਸਿਹਤ ਲਈ ਬੇਹੱਦ ਜ਼ਰੂਰੀ ਹੈ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਇੰਨੇ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀ। ਮੇਰੇ ਖਿਆਲ ਤੇ ਬਹੁਤ ਹਾਈ ਲੈਵਲ ਦੀਆਂ ਗੱਲਾਂ ਨੇ, ਤੇ ਜਿਹੜੇ ਲੋਕ ਬਹੁਤ ਜ਼ਿਆਦਾ ਬਿਮਾਰ ਨੇ, ਦਵਾਈਆਂ ਉਹਨਾਂ 'ਤੇ ਅਸਰ ਨਹੀਂ ਕਰ ਰਹੀਆਂ, ਜਾਂ ਫਿਰ ਉਹ ਦਵਾਈਆਂ ਤੋਂ ਬਿਨਾਂ ਆਪਣਾ ਇਲਾਜ ਕਰਾਉਣਾ ਚਾਹੁੰਦੇ ਨੇ ਤੇ ਬਹੁਤ ਸਾਰੀਆਂ ਦਵਾਈਆਂ ਤੋਂ ਅੱਕ ਚੁੱਕੇ ਨੇ, ਉਹਨਾਂ ਦੇ ਦਵਾਈਆਂ ਦੇ ਸਾਈਡ ਇਫੈਕਟ ਆ ਰਹੇ ਨੇ, ਹੋਰ ਬਹੁਤ ਤਰ੍ਹਾਂ ਦੇ ਜਿਹੜੇ ਉਹਨਾਂ ਨੂੰ ਪ੍ਰੋਬਲਮ ਹੈਗੀ ਆ, ਜਾਂ ਦਵਾਈਆਂ ਦੇ ਵੱਲ ਉਹ ਜਾਣਾ ਹੀ ਨਹੀਂ ਚਾਹੁੰਦੇ। ਜੇਕਰ ਉਹ ਆਪਣੀ ਇਹ ਗੱਲਬਾਤ ਸੁਣਦੇ ਨੇ ਤਾਂ ਤੁਹਾਡੇ ਵੱਲੋਂ ਦਿੱਤੇ ਜਿਹੜੇ ਟਿਪਸ ਨੇ ਉਹਨਾਂ ਦੇ ਉੱਤੇ ਕੰਮ ਕਰਦੇ ਨੇ, ਤਾਂ ਮੈਨੂੰ ਲੱਗਦਾ ਨਹੀਂ ਵੀ ਹੈਗਾ ਕੋਈ ਦਵਾਈ ਲੈਣ ਦੀ ਉਹਨਾਂ ਨੂੰ ਲੋੜ ਪਏਗੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਬਿਨਾਂ ਦਵਾਈ ਟੱਚ ਥੈਰੇਪੀ, ਕਿਸੇ ਹੋਰ ਸਰੀਰਕ ਭਾਸ਼ਾ ਜਾਂ ਕਿਸੇ ਵੀ ਤਰ੍ਹਾਂ ਦੇ ਕਮਿਊਨੀਕੇਸ਼ਨਸ ਦੇ ਨਾਲ ਅਸੀਂ ਕਿਸੇ ਦਾ ਇਲਾਜ ਕਿਸ ਤਰ੍ਹਾਂ ਕਰ ਸਕਦੇ ਹਾਂ, ਕਿਸ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਪਿਆਰ ਦਾ ਮਾਹੌਲ ਪੈਦਾ ਕਰ ਸਕਦੇ ਹਾਂ, ਕਿਸ ਤਰੀਕੇ ਦੇ ਨਾਲ ਇਸ ਥੈਰੇਪੀ ਦੇ ਨਾਲ ਕਿੱਦਾਂ ਜਿਹੜਾ ਪੂਰਾ ਸਮਾਜ ਬੱਝਾ ਹੋਇਆ, ਤੇ ਕਿੱਦਾਂ ਦੇ ਜਿਹੜੇ ਇਹ ਪੱਧਤੀਆਂ ਨੇ ਉਹ ਇਸ ਦੇ ਨਾਲ ਜੁੜੀਆਂ ਹੋਈਆਂ, ਜਿਵੇਂ ਕਿ ਰੈਕੀ ਹੈਗੀ ਹੈ, ਜਿਵੇਂ ਕਿ ਆਕੂਪ੍ਰੈਸ਼ਰ ਹੈਗਾ, ਜਿਵੇਂ ਕਿ ਟੱਚ ਥੈਰੇਪੀ ਇੱਕ ਵੱਖਰੀ ਥੈਰੇਪੀ ਹੈਗੀ ਹੈ। ਤੇ ਇਸੇ ਤਰ੍ਹਾਂ ਮਾਂ ਜਿਹੜੀ ਉਹ ਜਦੋਂ ਬੱਚੇ ਨਾਲ ਪਿਆਰ ਕਰਦੀ ਹੈ ਤਾਂ ਉਹ ਟੱਚ ਕਰਦੀ ਹੈ ਤਾਂ ਉਹ ਕਿਸ ਤਰ੍ਹਾਂ ਦਾ ਹੁੰਦਾ, ਵਾਈਫ ਜਿਹੜੀ ਉਹ ਹਸਬੈਂਡ ਦੇ ਨਾਲ ਜਿਹੜਾ ਉਹਦਾ ਟੱਚ ਹੁੰਦਾ ਤਾਂ ਕਿਸ ਤਰ੍ਹਾਂ ਹੁੰਦਾ, ਭੈਣ ਭਰਾ ਦਾ ਆਪਣਾ ਟੱਚ ਥੈਰੇਪੀ ਦੇ ਨਾਲ ਕਿਸ ਤਰ੍ਹਾਂ ਕੀ ਵਾਹ ਹੈਗਾ, ਸਮਾਜ ਦੇ ਵਿੱਚ ਦੋਸਤਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਟੱਚ ਜਿਹੜਾ ਉਹ ਕੰਮ ਕਰਦਾ ਹੈਗਾ, ਆਸ਼ੀਰਵਾਦ ਜੇ ਆਪਾਂ ਕਿਸੇ ਤੋਂ ਲੈਂਦੇ ਹਾਂ ਤਾਂ ਉਹ ਟੱਚ ਉੱਥੇ ਕੀ ਕੰਮ ਕਰਦਾ, ਕਿੱਦਾਂ ਦੇ ਰੋਲ ਹੈਗੇ ਨੇ ਜਿਹੜੇ ਕਿ ਛੂਹਣ ਦੇ ਨਾਲ, ਜਿਹੜਾ ਟੱਚ ਦੇ ਨਾਲ ਉਹ ਅੱਗੇ ਜਿਹੜੇ ਸੁਨੇਹਾ ਦਿੰਦੇ ਨੇ, ਅੱਗੇ ਜਿਹੜਾ ਉਹ ਇੱਕ ਦੂਜੇ ਨਾਲ ਜਿਹੜਾ ਸਰੀਰਕ ਜਿਹੜਾ ਉਹ ਉਹਨਾਂ ਦਾ ਆਪਸ ਦੇ ਵਿੱਚ ਅਜਿਹਾ ਇੱਕ ਅਟੁੱਟ ਰਿਸ਼ਤਾ ਬੰਨ੍ਹਿਆ ਜਾਂਦਾ ਜਿਹਦੇ ਨਾਲ ਉਹ ਕਿਸੇ ਦਾ ਇਲਾਜ ਵੀ ਕਰ ਸਕਦੇ ਨੇ ਤੇ ਮਾਨਸਿਕ ਤੌਰ ਦੇ ਉੱਤੇ ਵੀ ਉਹ ਇੱਕ ਦੂਜੇ ਨਾਲ ਜੁੜ ਜਾਂਦੇ ਨੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ, ਤਾਂ ਕਿ ਜੇਕਰ ਕੋਈ ਇਸ ਅਜਿਹੇ ਥੈਰੇਪੀ ਦੇ ਨਾਲ ਜੁੜ ਕੇ ਆਪਣਾ ਇਲਾਜ ਕਰਾਉਣਾ ਚਾਹੁੰਦਾ, ਜਾਂ ਫਿਰ ਜਿਹਨੂੰ ਇਸ ਚੀਜ਼ ਦੀ ਇਹਨਾਂ ਸਵਾਲਾਂ ਦੀ ਤਲਾਸ਼ ਹੈ ਤੇ ਉਹ ਇਹ ਚਾਹੁੰਦਾ ਕਿ ਇਸ ਤਰ੍ਹਾਂ ਦੀ ਨੌਲੇਜ ਲੈ ਕੇ ਉਹ ਸਮਾਜ ਦੇ ਵਿੱਚ ਹੋਰ ਅੱਗੇ ਗਿਆਨ ਵੰਡੇ, ਤੇ ਕੁਛ ਨਾ ਕੁਛ ਅਸੀਂ ਵੀ ਉਹਨਾਂ ਦੇ ਨੌਲੇਜ ਵਿੱਚ ਹਿੱਸਾ ਪਾਈਏ, ਤਾਂ ਕਿ ਅੱਗੇ ਚੱਲ ਕੇ ਇਸ ਸਮਾਜ ਦੇ ਵਿੱਚ ਪ੍ਰੇਮ ਪਿਆਰ ਦੀ ਜਿਹੜੀ ਭਾਸ਼ਾ, ਇੱਕ ਵੱਖਰੀ ਭਾਸ਼ਾ, ਟੱਚ ਭਾਸ਼ਾ ਜਿਹੜੀ ਹੈ ਉਹ ਇੱਕ ਵੱਖਰੇ ਤਰ੍ਹਾਂ ਦੀ ਭਾਸ਼ਾ ਜਿਹੜੀ ਉਹ ਡਿਵੈਲਪ ਹੋਵੇ, ਤੇ ਦਵਾਈਆਂ ਤੋਂ ਖੜਾ ਛੁੱਟੇ ਤੇ ਸਮਾਜ ਇੱਕ ਨਰੋਏ ਸਮਾਜ ਵੱਲ ਅੱਗੇ ਵਧੇ। ਸਾਡੀ ਇਸ ਵੀਡੀਓ ਨੂੰ ਲਾਈਕ ਕਰਕੇ, ਇਸ ਦੇ ਉੱਤੇ ਕਮੈਂਟ ਕਰਕੇ ਦੱਸਣਾ ਨਾ ਭੁੱਲਿਓ ਕਿ ਕਿਹੜੀ ਗੱਲ ਤੁਹਾਨੂੰ ਇਸ 'ਚ ਬਹੁਤ ਵਧੀਆ ਲੱਗੀ ਤੇ ਕਿਹੜੇ ਸਵਾਲ ਨੇ ਜਿਹੜੇ ਅਸੀਂ ਪੁੱਛਣਾ ਭੁੱਲ ਗਏ ਡਾਕਟਰ ਅਮਰ ਸਿੰਘ ਆਜ਼ਾਦ ਤੋਂ, ਤਾਂ ਕਿ ਜੇਕਰ ਅਜਿਹੀ ਵੀਡੀਓ ਅਸੀਂ ਅੱਗੇ ਕੋਈ ਭਵਿੱਖ ਦੇ ਵਿੱਚ ਬਣਾਈਏ ਤਾਂ ਉਹਨਾਂ ਸਵਾਲਾਂ ਨੂੰ ਜ਼ਰੂਰ ਚੁੱਕ ਲਈਏ ਤੇ ਉਹ ਤੁਹਾਡੇ ਮਨ ਦੀਆਂ ਸ਼ੰਕਾਵਾਂ ਨੂੰ ਅਸੀਂ ਦੂਰ ਕਰ ਸਕੀਏ। ਸਾਡੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਤਾਂ ਕਿ ਜਿਹੜੇ ਲੋਕਾਂ ਤੱਕ ਇਹ ਸੁਨੇਹਾ ਨਹੀਂ ਪਹੁੰਚ ਸਕਿਆ ਉਹਨਾਂ ਤੱਕ ਵੀ ਇਹ ਪਹੁੰਚ ਸਕੇ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।